ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਅੱਜ 7 ਜੁਲਾਈ ਹੈ ਤੇ 7 ਜੁਲਾਈ ਤੋਂ ਤੁਹਾਨੂੰ ਦੱਸਿਆ ਗਿਆ ਸੀ ਕਿ ਜਿਹੜੇ ਵੀ ਲੋਕ ਬਾਹਰੋਂ ਆਉਣਗੇ ਤੇ ਉਹਨਾਂ ਨੂੰ ਈ ਰਜਿਸਟ੍ਰੇਸ਼ਨ ਕਰਾਉਣੀ ਪਏਗੀ। ਪੰਜਾਬ ਦੇ ਬਾਰਡਰ ਤੇ ਕੋਈ ਵੀ ਬਾਰਡਰ ਹੋਵੇ ਪੰਜਾਬ ਦਾ, ਮੇਨ ਤਾਂ ਸ਼ੰਭੂ ਹੈ। ਜਦੋਂ ਤੁਸੀਂ ਜੀਟੀ ਰੋਡ ਤੋਂ ਆਉਂਦੇ ਆ ਦਿੱਲੀ ਤੋਂ, ਜ਼ਿਆਦਾ ਦਿੱਲੀ ਤੋਂ ਆਉਣ ਵਾਲੀ ਗੱਲ ਹੈ, ਤਾਂ ਇੱਥੇ ਫਿਰ ਤੁਹਾਨੂੰ ਈ ਰਜਿਸਟ੍ਰੇਸ਼ਨ ਤੇ ਸਾਰਾ ਹਿਸਾਬ ਕਿਤਾਬ ਰੱਖਣਾ, ਕੌਣ ਕਿੱਥੋਂ ਆਉਂਦਾ ਕਿੱਥੇ ਜਾਂਦਾ। ਔਰ ਈ ਐਪ ਜਿਹੜੀ ਹੈ, ਕੋਬਾ ਐਪ ਜਿਹੜੀ ਸਰਕਾਰੀ ਐਪ ਹੈ, ਉਹ ਡਾਊਨਲੋਡ ਕਰਨੀ ਪਏਗੀ। ਮੈਡੀਕਲ ਚੈੱਕਅਪ ਹੋਊਗਾ ਔਰ ਫਿਰ ਤੁਸੀਂ ਪੰਜਾਬ 'ਚ ਜਾ ਸਕੋਗੇ ਤੇ ਤੁਹਾਡੇ ਜਿਹੜਾ ਹੈ ਨਿਗਾਹ ਰੱਖੀ ਜਾਏਗੀ। ਗੱਲ ਸਹੀ ਹੈ ਔਰ ਜਿਸ ਤਰੀਕੇ ਨਾਲ ਕਰੋਨਾ ਫੈਲ ਰਿਹਾ, ਇਹ ਕੈਪਟਨ ਸਾਹਿਬ ਦਾ ਜਿਹੜਾ ਕਦਮ ਹੈ ਐਪਰੀਸ਼ੀਏਬਲ ਹੈ, ਠੀਕ ਹੈ। ਤੇ ਇੱਕ ਖਬਰ ਆਪਾਂ ਨੈਸ਼ਨਲ ਲੈ ਲਈਏ। ਉਹ ਖਬਰ ਹੈ ਇਹ ਕਿ ਕਿਹਾ ਇਹ ਜਾ ਰਿਹਾ ਹੈ ਔਰ ਸੂਤਰ ਦੱਸਦੇ ਨੇ ਤੇ ਚੀਨ ਦਾ ਸਰਕਾਰੀ ਜਿਹੜਾ ਮੀਡੀਆ ਉਹ ਵੀ ਦੱਸਦਾ ਕਿ ਗਲਵਾਨ ਘਾਟੀ ਚੋਂ ਚੀਨ ਤੇ ਭਾਰਤ ਦੀਆਂ ਫੌਜਾਂ ਨੇ ਪਿੱਛੇ ਹਟਣ ਦਾ ਫੈਸਲਾ ਕਰ ਲਿਆ। ਇਹ ਵੀ ਕਿਹਾ ਗਿਆ ਕਿ ਚੀਨ 2 ਕਿਲੋਮੀਟਰ ਪਿੱਛੇ ਹਟ ਗਿਆ ਔਰ ਤੰਬੂ ਵੀ ਪੱਟ ਲਏ, ਢਾਂਚੇ ਵੀ ਜਿਹੜੇ ਬਣਾਏ ਸੀ ਉਹ ਉਹਨੇ ਹਟਾ ਦਿੱਤੇ ਨੇ। ਇਹ ਕੱਲ ਦੀ ਖਬਰ ਹੈ। ਔਰ ਸਾਡਾ ਮੀਡੀਆ ਜਿਹੜਾ, ਜਿਸ ਨੂੰ ਮੈਂ ਐਂਗਰ ਜਰਨਲਿਜ਼ਮ ਕਹਿਣਾ, ਜੈਸਮੈਨ ਜਰਨਲਿਜ਼ਮ ਕਹਿਣਾ, ਐਡਵੋਕੇਸੀ ਜਰਨਲਿਜ਼ਮ ਕਹਿਣਾ, ਉਹ ਪੱਤਰਕਾਰੀ ਕਰਨ ਵਾਲਾ ਮੀਡੀਆ ਬੜਾ ਜੀ ਹਟਾਉਣ ਲਈ ਮਜਬੂਰ ਕਰਤਾ। ਸੱਚੀ ਗੱਲ ਹੈ, ਕੋਈ ਮਜਬੂਰ ਨਹੀਂ ਕੀਤਾ। ਅਜੀਤ ਡੋਵਾਲ ਜਿਹੜੇ ਕਿ ਸੁਰੱਖਿਆ ਸਲਾਹਕਾਰ ਨੇ ਭਾਰਤ ਦੇ, ਉਹਨਾਂ ਦੇ ਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਦੀ ਕੱਲ ਗੱਲਬਾਤ ਹੋਈ। ਫੈਸਲਾ ਹੋਇਆ ਕਿ ਆਪਾਂ ਪੜਾਅਵਾਰ ਪਿੱਛੇ ਹਟੀਏ। ਪਹਿਲੇ ਪੜਾਅ ਤੇ ਆਪਾਂ ਇੱਕ ਬਫਰ ਜ਼ੋਨ ਕਾਇਮ ਕਰੀਏ। ਬਫਰ ਜ਼ੋਨ ਹੁੰਦਾ ਹੈ ਕਿ ਦੋਨੇ ਧਿਰਾਂ ਥੋੜਾ ਪਿੱਛੇ ਹਟਣਗੀਆਂ, ਇੱਕ ਵਿਚਾਲੇ ਜਿਹੜਾ ਜ਼ੋਨ ਹੈ ਜਿੱਥੇ ਕੋਈ ਵੀ ਨਹੀਂ ਹੋਊਗਾ। ਉਹ ਫੈਸਲਾ ਹੋਇਆ। ਅਗਲੇ ਫੈਸਲੇ 'ਚ ਉਹਨਾਂ ਨੇ ਕਿਹਾ ਕਿ ਆਪਾਂ ਆਪਣੀ ਨਫਰੀ ਘਟਾਈਏ, ਜਿਹੜਾ ਇਕੱਠ ਅਸੀਂ ਫੌਜਾਂ ਦਾ ਇੱਥੇ ਵਧਾਇਆ ਉਹਨੂੰ ਘਟਾਈਏ। ਤੀਸਰੇ ਪੜਾਅ 'ਚ ਇਹ ਵੀ ਫੈਸਲਾ ਹੋਇਆ ਕਿ ਜੇ ਕੋਈ ਕਿਤੇ ਅਸਹਿਮਤੀ ਹੁੰਦੀ ਹੈ, ਉੱਥੇ ਲੜਾਈ ਕਰਨ ਦੀ ਬਜਾਏ ਆਪਾਂ ਗੱਲਬਾਤ ਕਰੀਏ। ਚੰਗੀ ਗੱਲ ਹੈ, ਇਹ ਹੋਇਆ। ਪਰ ਇਹ ਚੀਨ ਹੈ, ਇਹ ਖਿਆਲ ਰੱਖਣ ਦੀ ਲੋੜ ਹੈ। ਚੀਨ ਦੀ ਫਿਤਰਤ ਨੂੰ ਸਮਝਣ ਦੀ ਲੋੜ ਹੈ। 7 ਜੁਲਾਈ ਦਾ ਅਖਬਾਰ ਕੱਢ ਲਓ, ਪੁਰਾਣਾ 1962 ਦਾ। ਇਹ ਉਹਦੇ ਵਿੱਚ ਇਹੀ ਕਿਹਾ ਗਿਆ ਸੀ ਕਿ ਚੀਨ ਦੀਆਂ ਫੌਜਾਂ ਪਿੱਛੇ ਹਟਣਗੀਆਂ। ਔਰ ਮੈਂ ਬਲਕਿ ਚਾਹੂੰਗਾ ਸਾਡੇ ਅਖਬਾਰਾਂ ਵਾਲੇ ਜਿਨ੍ਹਾਂ ਕੋਲ ਪਿਆ, ਖਾਸ ਤੌਰ ਤੇ ਟ੍ਰਿਬਿਊਨ ਅਖਬਾਰ ਕੋਲ ਸਾਰਾ ਰਿਕਾਰਡ ਪਿਆ, ਉਹ 7 ਜੁਲਾਈ ਦਾ ਕੱਢ ਲੈਣ, 1762 ਦਾ। ਤੇ ਚੀਨ ਦੀਆਂ ਫੌਜਾਂ ਪਿੱਛੇ ਹਟਣ ਦੀ ਖਬਰ ਹੈ ਤੇ 15 ਜੁਲਾਈ ਨੂੰ ਜਿਹੜਾ 1962 ਨੂੰ ਚੀਨ ਦੇ ਹਮਲੇ ਦੀ ਖਬਰ ਹੈ। ਜਿਵੇਂ ਅੱਜ 20 ਜੁਲਾਈ ਹੈ ਔਰ ਪਿੱਛੇ ਹਟਣ ਦੀ ਗੱਲ ਕਰਤੀ ਹੈ, ਲੇਕਿਨ ਚੀਨ ਦੀ ਫਿਤਰਤ ਸਮਝਣੀ ਬਹੁਤ ਜ਼ਰੂਰੀ ਹੈ। ਇਹ ਗੱਲ ਤਾਂ ਹੋਗੀ ਕਿ ਚੀਨ ਦੀ ਫੌਜ ਪਿੱਛੇ ਹਟੂ, ਇੰਡੀਆ ਦੀ ਫੌਜ ਪਿੱਛੇ ਹਟੂ, ਲੇਕਿਨ ਇੱਕ ਸਵਾਲ ਖੜਾ ਕਰਤਾ ਕਾਂਗਰਸ ਨੇ ਕਿ ਕੀ ਜਿਹੜਾ ਮੋਦੀ ਸਾਹਿਬ ਨੇ ਬਿਆਨ ਦਿੱਤਾ ਸੀ ਕਿ ਕੋਈ ਵੀ ਨਹੀਂ ਆਇਆ ਇੱਥੇ ਸਾਡੇ ਏਰੀਆ 'ਚ, ਉਹਦੇ ਲਈ ਮੋਦੀ ਸਾਹਿਬ ਮਾਫੀ ਮੰਗਣਗੇ? ਇਹ ਦੱਸਣਗੇ ਜਿਹੜਾ ਉਹਨੇ ਢਾਂਚਾ, ਜਿਹੜੇ ਤੰਬੂ ਹਟਾਏ ਨੇ, ਢਾਂਚਾ ਗਿਰਾਇਆ, ਉਹ ਕਿਹੜਾ ਢਾਂਚਾ ਸੀ, ਉਹ ਕਿੱਥੇ ਸੀ? ਉਹ ਇੰਡੀਆ ਵਾਲੀ ਸਾਈਡ ਤੇ ਨਹੀਂ ਸੀ। ਜੇ ਉਹਨਾਂ ਨੇ ਇਹ ਬਿਆਨ ਦਿੱਤਾ ਹੈ ਤਾਂ ਉਹ ਮਾਫੀ ਮੰਗਣ। ਇਹ ਗੱਲ ਕਹੀ ਹੈ ਕਾਂਗਰਸ ਦੇ ਬੁਲਾਰੇ ਪਵਨ ਖੇੜਾ ਨੇ, ਔਰ ਇਹ ਵੀ ਕਿਹਾ ਕਿ ਇਹ ਜਿਹੜੀ ਸੱਚ ਹੈ ਨਹੀਂ ਦੱਸਿਆ ਗਿਆ। ਦੇਖੋ, ਗੱਲ ਬਹੁਤ ਵਾਰ ਹੋ ਚੁੱਕੀ ਹੈ, ਹੁਣ ਵਾਰ-ਵਾਰ ਨਹੀਂ ਕਰਨੀ, ਪਰ ਅਸੀਂ ਚਾਹੁੰਦੇ ਹਾਂ ਸ਼ਾਂਤੀ ਰਹੇ। ਅਸੀਂ ਚਾਹੁੰਦੇ ਹਾਂ ਦੇਸ਼ ਜਿਹੜਾ ਹੈ, ਜਿਹੜਾ ਖਰਚਾ ਉੱਧਰ ਹੁੰਦਾ ਹੈ ਉਹ ਡਿਵੈਲਪਮੈਂਟ ਤੇ ਹੋਵੇ। ਹੁਣ ਤੁਸੀਂ ਹੁਣੀ ਦੇਖ ਲਓ, 39,000 ਕਰੋੜ ਦਾ ਜਿਹੜਾ ਨਵਾਂ ਸਮਾਨ ਬਾਹਰੋਂ ਖਰੀਦਣਾ, ਜਿਹੜਾ ਅੰਦਰੋਂ ਖਰੀਦਣਾ ਹੈ ਜਾਂ ਬਣਾਉਣਾ ਉਹ ਅਲੱਗ ਗੱਲ ਹੈ। ਔਰ 30,000 ਫੌਜੀ ਸਾਡੇ ਜਿਨ੍ਹਾਂ ਨੇ ਹੁਣ ਉੱਥੋਂ, ਜੇ ਸੱਚਮੁੱਚ ਹੀ ਸਮਝੌਤਾ ਸਿਰੇ ਲੱਗਦਾ ਤਾਂ ਉਹ ਪਿੱਛੇ ਹਟਣਗੇ, ਉਧਰੋਂ ਚੀਨ ਪਿੱਛੇ ਹਟੂਗਾ। ਔਰ ਸੱਚੀ ਗੱਲ ਇਹ ਹੈ, ਹੋ ਸਕਦਾ ਹੈ ਜਿਸ ਤਰ੍ਹਾਂ ਦੇ ਹਾਲਾਤ ਨੇ, ਜਿਸ ਤਰ੍ਹਾਂ ਦਾ ਪ੍ਰੈਸ਼ਰ ਬਣ ਰਿਹਾ, ਇਹ ਵੀ ਹੋ ਸਕਦਾ ਕੂਟਨੀਤਕ ਜਿੱਤ ਵੀ ਹੋ ਸਕਦੀ ਹੈ। ਲੇਕਿਨ ਜਿੱਤ ਅਸੀਂ ਕੂਟਨੀਤਕ ਉਦੋਂ ਮੰਨਾਂਗੇ ਜਦੋਂ ਪਿਛਲੇ
ਜਦੋਂ ਤੋਂ ਸ਼ੁਰੂ ਹੋਇਆ ਅਪ੍ਰੈਲ ਤੋਂ ਪਹਿਲਾਂ ਵਾਲੀ ਪੋਜੀਸ਼ਨ ਤੇ ਚੀਨ ਜਾਏਗਾ ਤੇ ਉਦੋਂ ਅਸੀਂ ਮੰਨਾਂਗੇ। ਪਰ ਹਾਲ ਦੀ ਘੜੀ ਇਹ ਵੱਡੀ ਖਬਰ ਹੈ ਕਿ ਗਲਵਾਨ ਘਾਟੀ ਚੋਂ ਚੀਨ ਨੇ ਆਪਣੀਆਂ ਫੌਜਾਂ ਪਿੱਛੇ ਹਟਾਉਣ ਦਾ ਫੈਸਲਾ ਕੀਤਾ ਹੈ। ਇਹ ਵੱਖਰੀ ਗੱਲ ਹੈ ਕਿ ਇਸ ਹਾਲਾਤ ਦੇ ਵਿੱਚ ਕਾਂਗਰਸ ਮੋਦੀ ਸਾਹਿਬ ਨੂੰ ਘੇਰ ਰਹੀ ਹੈ। ਤੇ ਹੁਣ ਦੂਜੀ ਸਾਡੇ ਲਈ ਸਭ ਤੋਂ ਵੱਡੀ ਖਬਰ, ਲੇਕਿਨ ਅੱਜ ਦੀ ਦੂਜੀ ਵੱਡੀ ਖਬਰ ਉਹ ਇਹ ਹੈ ਜਿਹਦੇ ਬਾਰੇ ਬਹੁਤ ਵਾਰ ਅਸੀਂ ਗੱਲ ਕੀਤੀ ਹੈ, ਲੇਕਿਨ ਅੱਜ ਅਫੀਸ਼ੀਅਲ ਮੋਹਰ ਲੱਗ ਗਈ ਉਤੇ। ਜਿਵੇਂ ਅਸੀਂ ਕਹਿੰਦੇ ਹਾਂ ਨਾ ਕਿ ਚੀਨ ਦੀਆਂ ਫੌਜਾਂ ਪਿੱਛੇ ਹਟੀਆਂ, ਚੀਨ ਨੇ ਤਾਂ ਅਫੀਸ਼ੀਅਲੀ ਦੱਸਤਾ, ਲੇਕਿਨ ਹਾਲੇ ਇੰਡੀਆ ਦੀ ਨਹੀਂ ਕੋਈ ਆਈ ਪ੍ਰੈਸ ਰਿਲੀਜ਼ ਕਿ ਸਰਕਾਰੀ ਤੌਰ ਤੇ ਆਵੇ। ਤਾਂ ਸੂਤਰ ਜੋ ਦੱਸਦੇ ਨੇ, ਜੋ ਅਖਬਾਰਾਂ ਦੇ ਜਾਂ ਮੀਡੀਆ ਆਪਦੀਆਂ ਫੋਟੋਆਂ ਲੈ ਕੇ ਦੱਸਦਾ ਕਿ ਉੱਥੋਂ ਢਾਂਚਾ ਚੱਕ ਲਿਆ, ਉਹ ਵੱਖਰੀ ਗੱਲ ਹੈ। ਸਰਕਾਰ ਜਦੋਂ ਦੱਸਦੀ ਹੈ ਉਹ ਜ਼ਿਆਦਾ ਅਥੈਂਟਿਕ ਹੋਣੀ ਚਾਹੀਦੀ ਜਾਂ ਹੁੰਦੀ ਹੈ। ਇਸੇ ਤਰੀਕੇ ਨਾਲ ਜਿਹੜੀ ਖਬਰ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚ ਸਰਕਾਰ ਦੀ ਭੂਮਿਕਾ, ਸਰਕਾਰ ਨੇ ਬੇਅਦਬੀ ਔਰ ਬਾਈਬਲ ਕਲਾਕਾਂਡ ਦੋ ਸਿੱਟ ਬਣਾਈਆਂ ਸੀ। ਸਿੱਟ ਹੁੰਦੀ ਹੈ ਵਿਸ਼ੇਸ਼ ਟੀਮ, ਸਪੈਸ਼ਲ ਇਨਵੈਸਟੀਗੇਟਰ ਟੀਮ। ਇੱਕ ਦਾ ਇੰਚਾਰਜ ਸੀ ਰਣਵੀਰ ਸਿੰਘ ਖੱਟੜਾ, ਦੂਜੀ ਬਣਾਈ ਸੀ, ਇਹ ਪਹਿਲਾਂ ਹੀ ਇਹ ਅਕਾਲੀਆਂ ਨੇ ਬਣਾਤੀ ਸੀ, ਦੂਜੀ ਬਣਾਈ ਸੀ ਜਿਹੜੀ ਬਾਈਬਲ ਕਲਾ ਕਾਂਡ ਵਾਲੀ, ਜਿਹਦਾ ਕਮਰ ਵਿਜੇ ਪ੍ਰਤਾਪ ਹੈ ਅੱਜ ਕੱਲ ਉਹੀ ਮੀਡੀਆ ਚ ਆ ਕੇ ਗੱਲ ਕਰ ਰਹੇ ਨੇ। ਤੇ ਜਿਹੜੀ ਰਣਵੀਰ ਸਿੰਘ ਖੱਟੜਾ ਹੋਰਾਂ ਦੀ ਸੀ, ਇਹ ਲਗਾਤਾਰ ਕੰਮ ਕਰ ਰਹੇ ਸੀ, ਇਹਨੇ ਬੇਅਦਬੀ ਦੀਆਂ ਘਟਨਾਵਾਂ ਬਾਰੇ ਦੇਖਣਾ ਸੀ। ਪਿਛਲੇ ਦਿਨੀ ਉਹਨਾਂ ਨੇ ਫਿਰ ਜਿਹੜੇ ਚੋਰੀ ਕਰਨ ਵਾਲੇ, ਚੋਰੀ ਕਰਨ ਤੋਂ ਬਾਅਦ ਪੋਸਟਰ ਲਾਉਣ ਵਾਲੇ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਿਲਾਰਨ ਵਾਲੇ 7 ਬੰਦੇ ਜਿਹੜੇ ਫੜੇ ਸੀ, 5 ਦਾ ਰਿਮਾਂਡ ਲਿਆ ਸੀ। ਕੱਲ ਉਹ ਸਾਰਾ ਕੇਸ ਜੋ ਕੀਤਾ ਸੀ ਉਹ ਲਾਸਟ ਸਟੇਜ ਵੱਲ ਨੂੰ ਵਧਾਤਾ। ਕੀ ਕੀਤਾ ਕਿ ਜਿਹੜੀ 2 ਜੂਨ 2015 ਨੂੰ FIR ਲੌਜ ਹੋਈ ਸੀ, ਉਹਦੇ ਵਿੱਚ ਹੁਣ ਜਿਹੜੀ FRA 63 ਉਹਦੇ ਵਿੱਚ ਗੁਰਮੀਤ ਰਾਮ ਰਹੀਮ ਸਿੰਘ ਦਾ ਨਾਮ ਵੀ ਸ਼ਾਮਲ ਕਰ ਲਿਆ, ਜੋ ਅੱਜ ਕੱਲ ਬਲਾਤਕਾਰ ਦੇ ਕੇਸ ਦੇ ਵਿੱਚ ਸਨਾਰੀਆ ਜੇਲ੍ਹ ਰੋਹਤਕ ਦੇ ਵਿੱਚ ਬੰਦ ਹੈ। ਤੇ 3 ਹੋਰ ਉਹਦੇ ਨਾਲ ਬੰਦੇ ਨੇ ਜਿਹੜੇ ਇਹਨਾਂ ਦੀ ਇੱਕ ਕਮੇਟੀ ਬਣੀ ਹੋਈ ਹੈ, ਕੌਮੀ ਕਮੇਟੀ, ਉਹਦੇ ਮੈਂਬਰ ਨੇ। ਇਹ ਜਿਹੜੇ ਬੰਦੇ ਕੰਮ ਕਰਦੇ ਰਹੇ, ਸੁਖਵਿੰਦਰ, ਸਨੀ, ਨਿੰਮਾ, ਨੀਲਾ, ਜਾਂ ਜਿਹੜੇ ਵੀ ਗੁਲਾਬੀ, ਰਣਜੀਤ, ਰਣਦੀਪ, ਬਲਜੀਤ, ਸ਼ਕਤੀ ਸਿੰਘ, ਨਿਸ਼ਾਨ ਸਿੰਘ, ਇਹਨਾਂ ਦੇ ਨਾਮ ਮੈਂ ਤੁਹਾਨੂੰ ਦੱਸੇ ਸੀ। ਇਹ ਸਾਰੇ ਤਾਂ ਉਹਦੀ ਡਾਇਰੈਕਸ਼ਨ ਤੇ ਕੰਮ ਕਰਦੇ ਸੀ ਕਿ ਹੁਣ ਐ ਕਰੋ, ਇੱਥੇ ਲੈ ਜਾਓ, ਹੁਣ ਖਿਲਾਰ ਦਿਓ, ਹੁਣ ਪੋਸਟਰ ਲਾ ਦਿਓ। ਲੇਕਿਨ ਡਾਇਰੈਕਸ਼ਨ ਕੌਣ ਦੇ ਰਿਹਾ ਸੀ? ਉਹ ਤਾਰਾਂ ਜੁੜ ਗਈਆਂ, ਜੁੜਨੀਆਂ ਸੀ। ਪਹਿਲਾਂ ਹੀ ਕਿਹਾ ਸੀ, ਸਾਡਾ ਚੈਨਲ ਲਗਾਤਾਰ ਇਹ ਗੱਲ ਕਰ ਰਿਹਾ ਸੀ ਕਿ ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਤਾਂ ਇੱਧਰ ਨੂੰ ਜਾਓ, ਸਰਸੇ ਵੱਲ ਨੂੰ ਜਾਓ ਤੇ ਬੇਅਦਬੀ ਪਤਾ ਲੱਗ ਜੂਗੀ। ਤੇ ਹੁਣ ਤਾਂ ਸੱਚ ਦੱਸਦਾ ਤੇ ਇਹ ਵੀ ਦੱਸਦਾ, ਗੱਲ ਵੀ ਸਹੀ ਲੱਗਦੀ ਆ ਖੱਟੜਾ ਸਾਹਿਬ ਤੁਹਾਡੀ, ਕਿ ਇਹ ਉਦੋਂ ਹੋਇਆ ਜਦੋਂ ਹਰਜਿੰਦਰ ਸਿੰਘ ਮਾਝੀਪੁਰ ਦੀਵਾਨ ਲਾ ਰਿਹਾ ਸੀ। ਉੱਥੇ ਬਹੁਤ ਸਾਰੇ ਜਿਹੜੇ ਪ੍ਰੇਮੀ ਸੀ, ਸਰਸੇ ਡੇਰੇ ਦੇ ਪ੍ਰੇਮੀ ਸੀ, ਉਹਨਾਂ ਨੇ ਆਪਦੇ ਲੌਕਟ ਜੇ ਪਾ ਕੇ ਪਰੇ ਮਾਰੇ। ਉਹ ਕਹਿੰਦੇ ਅਸੀਂ ਤਾਂ ਸਿੱਖਾਂ 'ਚ ਸ਼ਾਮਲ ਹੋ ਗਏ ਦੁਬਾਰਾ। ਇੱਕ ਤਾਂ ਇਹ ਦੁੱਖ ਸੀ, ਦੂਜਾ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਇਸ ਤਰ੍ਹਾਂ ਦਾ ਕਰ ਰਹੇ ਸੀ, ਉਹ ਤੋਂ ਵੀ ਦੁਖੀ ਸੀ ਇਹ ਲੋਕ। ਬਲਜੀਤ ਸਿੰਘ ਦਾਦੂਵਾਲ ਤੋਂ ਵੀ ਦੁਖੀ ਸੀ। ਇਹ ਜਿਹੜੇ ਇਹਦਾ ਬਦਲਾ ਲੈਣ ਲਈ ਇਹ ਸਾਰਾ ਕੁਝ ਕੀਤਾ ਗਿਆ ਔਰ ਕਿਹਾ ਗਿਆ ਅਸੀਂ ਤੁਹਾਡਾ ਗੁਰੂ ਚੋਰੀ ਕਰ ਲਿਆ, ਦੱਸੋ, ਚੱਕ ਲਓ, ਪੜ੍ਹ ਲਓ ਜੇ ਫੜ ਸਕਦੇ ਹੋ ਸਾਨੂੰ, ਇਸ ਤਰ੍ਹਾਂ ਚੈਲੰਜ ਕੀਤਾ ਗਿਆ ਸੀ। ਇਹ ਸਾਰਾ ਕੁਝ ਹੁਣ ਜਾਂਦਾ ਸਰਸੇ ਵੱਲ ਨੂੰ। ਤੇ ਕੱਲ ਕੇਸ ਉਹਨਾਂ ਨੇ ਆਪਦਾ ਅਦਾਲਤ 'ਚ ਪੇਸ਼ ਕਰਤਾ ਔਰ ਹੁਣ ਸਰਸੇ ਦੇ ਜਿਹੜੇ ਪ੍ਰੋਡਕਸ਼ਨ ਬਰੰਟ ਹੁੰਦੇ ਨੇ ਉਹ ਤਾਂ ਜੇਲ੍ਹ 'ਚ ਬੈਠਾ, ਉਹ ਲੈ ਕੇ ਇੱਧਰ ਆਉਣਾ, ਉਹਨੂੰ ਪੁੱਛਣਾ। ਤੇ ਹੁਣ ਲੋਕ ਇਹ ਵੀ ਕਹਿੰਦੇ ਨੇ ਕਿ ਗੱਲ ਇੱਥੇ ਖਤਮ ਥੋੜੀ ਹੋਣੀ ਹੈ, ਤਾਰਾਂ ਹੋਰ ਵੀ ਕਿਤੇ ਜਾਣਗੀਆਂ। ਉਹ ਸਭ ਨੂੰ ਪਤਾ ਹੈ ਕਿ ਕਿੱਧਰ ਨੂੰ ਜਾਣਗੀਆਂ ਤਾਰਾਂ ਜਾਂ ਜਾ ਸਕਦੀਆਂ ਨੇ ਜਿੱਧਰ ਨੂੰ। ਤੋਂ ਇਹ ਸਿਆਸਤ ਜਿਹੜੀ ਹੈ ਹੁਣ ਗਰਮਾਈ ਹੋਈ ਹੈ। ਧਿਆਨ ਸਿੰਘ ਮੰਡ ਜਿਹੜੇ ਮਤਵਾਜੀ ਜਥੇਦਾਰ ਨੇ, ਉਹਨਾਂ ਨੇ ਵੀ 2 ਮਹੀਨੇ ਦਾ ਟਾਈਮ ਦੇਤਾ। ਹਾਲਾਂਕਿ ਉਹਨਾਂ 'ਚ ਵੀ ਚੱਲ ਰਹੀ ਹੈ ਸਿਆਸਤ, ਉੱਥੇ ਵੀ ਹੈ। ਬਲਜੀਤ ਸਿੰਘ ਦਾਦੂਵਾਲ ਕਹਿੰਦਾ ਅਸੀਂ ਨਹੀਂ ਹੁਣ ਇਹਨਾਂ ਨਾਲ ਬਰਗਾੜੀ 'ਚ ਬੈਠਣਾ, ਪਹਿਲਾਂ ਇਹਨੇ ਬਿਨਾਂ ਸਾਨੂੰ ਪੁੱਛੇ ਇਹ ਜਿਹੜਾ ਮੋਰਚਾ ਖਤਮ ਕਰ ਲਿਆ। ਉਦੋਂ ਬਹੁਤ ਕੁਝ ਹੋਇਆ, ਬੜੀਆਂ ਗੱਲਾਂ ਹੋਈਆਂ ਸੀ, ਮੈਂ ਉਹ ਦੁਬਾਰਾ ਉਹਦੇ 'ਚ ਨਹੀਂ ਆਉਣਾ ਚਾਹੁੰਦਾ। ਲੇਕਿਨ ਸਿਆਸਤ ਤਾਂ ਹੁਣ ਸੁਖਜਿੰਦਰ ਰੰਧਾਵਾ ਕਹੀ ਜਾਂਦਾ ਕਿ ਅਸੀਂ ਤਾਂ ਪਹਿਲਾਂ ਕਹਿੰਦੇ ਸੀ ਕਿ ਬਾਦਲਾਂ ਨੂੰ ਸਭ ਪਤਾ ਹੈ, ਲੇਕਿਨ ਉਧਰ ਨੂੰ ਇਹ ਲੈ ਕੇ ਨਹੀਂ ਜਾ ਰਹੇ ਸੀ ਕਿਉਂਕਿ ਵੋਟਾਂ ਲੈਣੀਆਂ ਨੇ ਡੇਰੇ ਤੋਂ।
ਗੱਲਾਂ ਤਾਂ ਦੇਖੋ ਬਹੁਤ ਐਸੀਆਂ ਨੇ। ਡੇਰੇ ਤੇ ਜਾਣ ਵਾਲੇ ਤਾਂ ਸਾਡੇ ਲੌਂਗੋਵਾਲ ਸਾਹਿਬ ਵੀ ਸੀ, ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ। ਕਿਹੜਾ ਨਹੀਂ ਜਾ ਕੇ ਪੈਰਾਂ 'ਚ ਬੈਠਿਆ ਉੱਥੇ, ਉਹ ਤਾਂ ਫੋਟੋਆਂ ਪਈਆਂ ਨੇ, ਆਪਾਂ ਦੇਖ ਸਕਦੇ ਹਾਂ। ਸੋ ਇਹ ਸਾਰਾ ਕੁਝ ਵਿੱਚ ਹੀ ਅਕਾਲੀ, ਵਿੱਚ ਹੀ ਕਾਂਗਰਸੀ, ਇਸ ਆਮਾਮ 'ਚ ਸਭ ਨੰਗੇ ਨੇ। ਲੇਕਿਨ ਲੋਕ ਚਾਹੁੰਦੇ ਨੇ ਕਿ ਬੇਅਦਬੀ ਦਾ ਦੋਸ਼ੀ ਫੜਿਆ ਜਾਵੇ। ਮੈਂ ਬਾਰ-ਬਾਰ ਕਹਿਣਾ, ਇਸ ਵਾਰ ਕੈਪਟਨ ਅਮਰਿੰਦਰ ਸਿੰਘ ਉਧਰ ਨੂੰ ਤੁਰੇ ਹੋਏ ਨੇ, ਔਰ ਇਹ ਅਖੀਰਲੇ ਸਾਲ ਦੇ ਵਿੱਚ, ਇਲੈਕਸ਼ਨ ਈਅਰ ਦੇ ਵਿੱਚ ਇਹ ਹੋ ਜਾਣਾ ਹੈ। ਔਰ ਬਾਕੀ ਮੁੱਦੇ ਫਿਰ ਇਹ ਲੋਕਾਂ 'ਚ ਜਾ ਸਕਣਗੇ। ਫਿਰ ਸਹੁੰ ਖਾਦੀ ਗੁਟਕਾ ਸਾਹਿਬ ਦੀ, ਉਹਦੇ 'ਚ ਜਾ ਸਕਣਗੇ। ਥੋੜੇ ਬਹੁਤੇ ਜਿਹੜੇ ਕਰਜ਼ੇ ਮਾਫ ਕੀਤੇ ਨੇ, ਉਹਨਾਂ ਨੂੰ ਪੂਰੇ ਕਰਜ਼ੇ ਮਾਫ ਕਹਿ ਕੇ, ਉਹਨੇ 2-4 ਮੋਬਾਈਲ ਵੰਡ ਕੇ ਮੋਬਾਈਲ ਬਣਤੇ, ਇਹ ਫਿਰ ਕਹਿ ਸਕਣਗੇ ਕਿ ਅਸੀਂ ਆਪਦੇ ਵਾਅਦੇ ਪੂਰੇ ਕੀਤੇ ਨੇ। ਜੋ ਵੀ ਹੈ, ਅੱਜ ਜਿਹੜਾ ਇਹ ਵੱਡੀ ਖਬਰ ਹੈ ਸਾਡੇ ਲਈ। ਹੋ ਸਕਦਾ ਅੱਜ ਅਸੀਂ 5 ਵਜੇ ਇੱਥੇ ਚਰਚਾ ਵੀ ਕਰੀਏ, ਤੁਸੀਂ ਡਿਟੇਲ 'ਚ ਇਹਨੂੰ ਸੁਣ ਲੈਣਾ ਹੈ। ਉਦੋਂ ਅਸੀਂ ਪਹਿਲਾਂ ਵੀ ਕੀਤੀ ਹੈ, ਪਰ ਅੱਜ ਕਿਉਂਕਿ ਡਿਵੈਲਪਮੈਂਟ ਬਹੁਤ ਜ਼ਿਆਦਾ ਹੈ। ਦੇਖੋ ਗੱਲ ਇਹ ਹੈ, ਅੱਜ 7 ਜੁਲਾਈ ਹੈ। ਢੀਂਡਸਾ ਸਾਹਿਬ ਨੇ ਨਵੀਂ ਪਾਰਟੀ ਬਣਾਉਣੀ ਹੈ, ਅੱਜ ਬਸ ਹੁਣ ਸ਼ੁਰੂ ਹੋ ਗਿਆ। ਅੱਜ 7 ਜੁਲਾਈ ਹੈ, ਮੈਂ ਬਾਰ-ਬਾਰ ਯਾਦ ਕਰਾਉਣਾ। ਅਕਾਲੀਆਂ ਨੇ ਅੱਜ 10 ਤੋਂ 11 ਤੱਕ ਸਾਰੇ ਪੰਜਾਬ 'ਚ ਪ੍ਰਦਰਸ਼ਨ ਕਰਨੇ ਨੇ। ਹਾਲਾਂਕਿ ਉਹਨਾਂ ਨੇ ਮੁੱਦਾ ਬਦਲ ਲਿਆ। ਪਹਿਲਾਂ ਤਾਂ ਕਹਿੰਦੇ ਸੀ ਅਸੀਂ ਡੀਜ਼ਲ ਤੇ ਤੇਲ ਦਾ ਕਰਾਂਗੇ, ਹੁਣ ਨਾਲ ਜੋੜ ਲਿਆ ਜੋ ਬੀਬਾ ਹਰਸਿਮਰਤ ਨੇ ਕਿਹਾ ਸੀ ਕਿ ਅਸੀਂ ਰਾਸ਼ਨ ਘੁਟਾਲੇ ਦਾ ਵੀ ਜੋੜਾਂਗੇ। ਇਹੋ ਜਿਹੀਆਂ ਬਹੁਤ ਸਾਰੀਆਂ ਖਬਰਾਂ ਨੇ, ਉਹ ਖਬਰਾਂ ਆਪਾਂ ਲਵਾਂਗੇ, ਲੇਕਿਨ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਢੀਂਡਸਾ ਸਾਹਿਬ, ਸਰਦਾਰ ਸੁਖਦੇਵ ਸਿੰਘ ਢੀਂਡਸਾ ਅੱਜ ਨਵੀਂ ਪਾਰਟੀ ਦਾ ਐਲਾਨ ਕਰਨਗੇ। ਔਰ ਕੱਲ ਬੜੀ ਚਰਚਾ ਹੋ ਰਹੀ ਸੀ ਵੀ ਕਿਹੜਾ ਨਾਂ ਰੱਖਿਆ ਜਾਵੇ, ਕਿਉਂਕਿ ਅਕਾਲੀ ਦਲ ਰਜਿਸਟਰਡ ਬੜੇ ਨੇ। ਇੱਕ ਨਹੀਂ, ਘੱਟੋ ਘੱਟ 10 ਅਕਾਲੀ ਦਲ ਰਜਿਸਟਰਡ ਹੋਣੇ ਨੇ, ਤੇ ਨਾਂ ਰੱਖਣਾ, ਜਦੋਂ ਰੱਖਣਾ ਹੀ ਸ਼੍ਰੋਮਣੀ ਅਕਾਲੀ ਦਲ ਹੈ, ਤੇ ਫਿਰ ਨਾਂ ਰੱਖਣਾ ਜਿਹੜਾ ਹੈ ਮੁਸ਼ਕਿਲ ਹੁੰਦਾ। ਇਲੈਕਸ਼ਨ ਕਮਿਸ਼ਨ ਰਜਿਸਟਰਡ ਨਹੀਂ ਕਰਦਾ ਜਿਹੜਾ ਇੱਕ ਵਾਰ ਰਜਿਸਟਰਡ ਹੋਇਆ ਹੋਵੇ। ਐਨੀਵੇ, ਤੇ ਅੱਜ ਇਕੱਠ ਕੀਤਾ ਲੁਧਿਆਣੇ ਮਾਡਲ ਟਾਊਨ ਦੇ ਗੁਰਦੁਆਰੇ ਵਿੱਚ। ਉੱਥੇ ਜਿਹੜਾ ਹੈ ਨਾਮ ਵੀ ਤੇ ਜਿਹੜੀ ਪਾਰਟੀ ਨਵੀਂ ਬਣੇਗੀ। ਹਾਲਾਂਕਿ ਅੱਜ ਫਿਰ ਬੇਨਤੀ ਕੀਤੀ ਗਈ ਹੈ ਰਣਜੀਤ ਸਿੰਘ ਬ੍ਰਹਮਪੁਰਾ ਵੱਲੋਂ, ਟਕਸਾਲੀ ਅਕਾਲੀ ਦੇ ਪ੍ਰਧਾਨ ਵੱਲੋਂ, ਕਿ ਢੀਂਡਸਾ ਸਾਹਿਬ ਨਵੀਂ ਪਾਰਟੀ ਨਾ ਬਣਾਓ, ਇਸੇ ਪਾਰਟੀ ਦੇ ਤੇ ਤੁਸੀਂ ਆ ਕੇ ਪ੍ਰਧਾਨ ਬਣ ਜਾਓ। ਤਾਂ ਮੈਂ ਬਹੁਤ ਵਾਰ ਕਿਹਾ ਕਿ ਤੀਜੇ ਬਦਲ ਦੀ ਜੇ ਗੱਲ ਕਰਨੀ ਹੈ, ਇੱਕ ਸੰਵਿਧਾਨ, ਇੱਕ ਨਿਸ਼ਾਨ ਤੇ ਇੱਕ ਪ੍ਰਧਾਨ, ਜਿਹੜਾ ਖਾਸ ਤੌਰ ਤੇ ਸੇਵਾ ਸਿੰਘ ਸੇਖਵਾਂ ਲਗਾਤਾਰ ਕਹਿ ਰਹੇ ਨੇ, ਉਹ ਗੱਲ ਹੁੰਦੀ ਨਜ਼ਰ ਨਹੀਂ ਆਉਂਦੀ। ਢੀਂਡਸਾ ਸਾਹਿਬ ਨਵੀਂ ਪਾਰਟੀ ਬਣਾਉਣਗੇ, ਉਹਨਾਂ ਦੇ ਸਮਰਥਕ ਇਸ ਗੱਲ ਤੇ ਵਜਦ ਨੇ। ਔਰ ਜਦੋਂ ਵੀ ਕੋਈ ਬੰਦਾ ਬਾਹਰ ਆਉਂਦਾ ਤੇ ਜਿਹੜੇ ਉਹਦੇ ਨਾਲ ਲੀਡਰ ਆਉਂਦੇ ਨੇ, ਉਹਨਾਂ ਦੀ ਗੱਲ ਵੀ ਸੁਣਨੀ ਹੁੰਦੀ ਹੈ। ਔਰ ਮੈਂ ਤੁਹਾਨੂੰ ਦੱਸਾਂ, ਕੱਲ ਤਜਿੰਦਰਪਾਲ ਸਿੰਘ ਸੰਧੂ, ਜਸਦੇਵ ਸਿੰਘ ਦੇ ਜਿਹੜੇ ਸਪੁੱਤਰ ਨੇ, ਸਰਦਾਰ ਜਸਦੇਵ ਸਿੰਘ ਸੰਧੂ, ਪੁਰਾਣੇ ਲੋਕ ਜਾਣਦੇ ਨੇ, ਗਿਆਨੀ ਕਰਤਾਰ ਸਿੰਘ ਨਾਲ ਉਹਨਾਂ ਦਾ ਵਾਹਵਾ ਜਿਹੜਾ ਹੈ ਨੇੜਤਾ ਸੀ। ਉਹਨਾਂ ਦੇ ਨਾਂ 'ਚ ਜਿਹੜਾ ਕਾਲਜ ਬਣਿਆ, ਉੱਥੇ ਕੱਲ ਇਕੱਠ ਸੀ, ਜਿਹਦੇ ਵਿੱਚ ਜਸਦੇਵ ਸਿੰਘ ਸੰਧੂ ਦੇ ਸਪੁੱਤਰ ਤਜਿੰਦਰਪਾਲ, ਉਹਨਾਂ ਦੀ ਤਜਿੰਦਰਪਾਲ ਦੀ ਪਤਨੀ ਅਨੁਪਿੰਦਰ ਕੌਰ ਸੰਧੂ, ਹੋਰ ਕਾਫੀ ਵੱਡੀ ਗਿਣਤੀ 'ਚ ਲੋਕ ਉੱਥੇ ਸੀ। ਮੈਂ ਉੱਥੇ ਮਿਲਿਆ, ਢੀਂਡਸਾ ਸਾਹਿਬ ਨਾਲ ਵੀ ਗੱਲ ਹੋਈ, ਔਰ ਉੱਥੇ ਉਹਨਾਂ ਨੇ ਪਾਰਟੀ ਨੂੰ ਜੁਆਇਨ ਕੀਤਾ। ਉੱਥੇ ਇਹ ਵਿਚਾਰਾਂ ਚੱਲਦੀਆਂ ਸੀ ਨਾਂ ਕੀ ਰੱਖਿਆ ਜਾਵੇ। ਮੈਂ ਸਮਝਦਾ ਕਿ ਜਿਸ ਤਰੀਕੇ ਦੀ ਮੈਂ ਉੱਥੇ ਗੱਲ ਸੁਣੀ ਲੋਕਾਂ ਦੀ, ਉਹਦੇ 'ਚ ਕਾਫੀ ਇਹਨਾਂ ਦੇ ਜਿਹੜੇ ਇੱਥੋਂ ਦੇ ਲੋਕਲ ਵੀ
ਲੇਕਿਨ ਸੀਨੀਅਰ ਲੀਡਰ ਨਾਲ ਸੀ ਉਹਨਾਂ ਦੇ। ਗੁਰਬਚਨ ਬੱਚੀ ਸੀ, ਸਰਾਓ ਸਾਹਿਬ ਸੀ ਜਿਹੜੇ ਪਬਲਿਕ ਕਮਿਸ਼ਨ ਦੇ ਮੈਂਬਰ ਰਹੇ ਨੇ, ਔਰ ਗੁਰਸੇਵ ਸਿੰਘ ਹਰਪਾਲਪੁਰ, ਬਹੁਤ ਸਾਰੇ ਲੋਕ ਸੀ, ਰਣਜੀਤ ਸਿੰਘ ਰਖੜਾ ਸੀ ਜਿਹੜੇ ਨਵੇਂ ਆਏ ਨੇ। ਤੋ ਇਹ ਸਾਰਿਆਂ ਦੇ ਜਦੋਂ ਮੈਂ ਗੱਲਬਾਤ ਸੁਣ ਰਿਹਾ ਸੀ, ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਤੋਂ ਨਿਰਾਸ਼, ਉਹਨਾਂ ਦੀਆਂ ਨੀਤੀਆਂ ਤੋਂ ਨਿਰਾਸ਼ ਲੋਕ ਸੁਖਦੇਵ ਸਿੰਘ ਢੀਂਡਸਾ ਦੇ ਝੰਡੇ ਥੱਲੇ ਇਕੱਠੇ ਹੋ ਰਹੇ ਨੇ। ਅੱਜ ਕੀ ਝੰਡੇ ਦਾ ਕੀ ਨਾਂ ਰੱਖਣਾ ਅਕਾਲੀ ਦਲ ਦਾ, ਉਹ ਅੱਜ ਪਤਾ ਲੱਗ ਜੂ। ਲੇਕਿਨ ਤੀਜੇ ਬਦਲ ਨੂੰ ਹੁਣ ਗੱਠਜੋੜ ਦੀ ਰਾਜਨੀਤੀ ਕਿੰਨਾ ਕੁ ਲੈ ਕੇ ਆਉਂਦੀ ਹੈ ਅੱਗੇ, ਉਹ ਦੇਖਣਾ ਪਏਗਾ। ਹਾਲ ਦੀ ਘੜੀ ਇੱਕ ਨਵੀਂ ਪਾਰਟੀ ਪੰਜਾਬ ਦੇ ਵਿੱਚ ਅੱਜ ਜਨਮ ਲਏਗੀ, ਇਹ ਗੱਲ ਤਾਂ ਸਪਸ਼ਟ ਹੈ। ਤੇ ਦੂਜੇ ਪਾਸੇ ਇਧਰੋਂ ਤੇਜਿੰਦਰਪਾਲ ਸੰਧੂ ਆ ਰਿਹਾ ਸੀ, ਬਰਨਾਲੇ ਦੇ ਵਿੱਚ ਦਵਿੰਦਰ ਸਿੰਘ ਬੀਲਾ, ਉਹ ਸ਼੍ਰੋਮਣੀ ਅਕਾਲੀ ਦਲ 'ਚ ਜਾ ਰਹੇ ਸੀ, ਉਹਨੂੰ ਸਰੋਪਾ ਦੇ ਰਹੇ ਸੀ ਸੁਖਬੀਰ ਸਿੰਘ ਬਾਦਲ ਸਾਹਿਬ। ਔਰ ਸੁਖਬੀਰ ਸਿੰਘ ਬਾਦਲ ਨੇ ਕੱਲ ਵਿਅੰਗ ਬੜਾ ਵੱਡਾ ਮਾਰਿਆ, ਕਹਿੰਦੇ ਚਲੋ ਆਖਰ ਮੈਂ ਮੁਬਾਰਕਬਾਦ ਦਿੰਦਾ ਸੁਖਦੇਵ ਸਿੰਘ ਢੀਂਡਸਾ ਨੂੰ, ਉਹਨਾਂ ਦੀ ਪ੍ਰਧਾਨ ਬਣਨ ਦੀ ਜਿਹੜੀ ਇੱਛਾ ਪੂਰੀ ਹੋ ਗਈ। ਤੋ ਇਹ ਜਿਹੜੀ ਅੰਦਰੋਂ ਖਿੱਚੋਤਾਣ ਚੱਲ ਰਹੀ ਹੈ, ਇਹ ਕਿਤੇ ਨਾ ਕਿਤੇ ਦਿਲਚਸਪ ਵੀ ਹੈ। ਇਸ ਗੱਲੋਂ ਵੀ ਦਿਲਚਸਪ ਹੈ ਕਿ ਇਲੈਕਸ਼ਨ ਆ ਰਹੀ ਹੈ, ਐਕਟੀਵਿਟੀ ਸ਼ੁਰੂ ਹੋ ਗਈ। ਪੰਜਾਬ ਨੇ 2022 ਦੇ ਵਿੱਚ ਕੀ ਦਿਖਾਉਣਾ ਹੈ, ਔਰ ਅਸੀਂ ਬਾਰ-ਬਾਰ ਪੰਜਾਬੀਆਂ ਨੂੰ ਯਾਦ ਕਰਾਉਣੇ ਆ ਕਿ ਇੱਕ ਡੈਰੀਆਂ ਲਾ ਲਓ, ਔਰ ਜਿਹੜਾ ਤੁਹਾਡੀ ਗੱਲ ਕਰਦਾ ਹੈ, ਪੰਜਾਬ ਦੀ ਗੱਲ ਕਰਦਾ ਹੈ, ਜਿਹੜਾ ਨਿੱਜੀ ਹਿੱਤਾਂ ਦੀ ਗੱਲ ਕਰਦਾ, ਸਭ ਕੁਝ ਨੋਟ ਕਰੋ ਤੇ ਫਿਰ ਤੁਹਾਨੂੰ ਪਤਾ ਲੱਗ ਜੂ ਕਿਹੜਾ ਸੱਚ ਬੋਲਦਾ, ਕਿਹੜਾ ਝੂਠ ਬੋਲਦਾ। ਇਸ ਵਾਰ ਵੋਟ ਪਾਉਣ ਲੱਗੇ ਪੰਜਾਬੀ ਬਹੁਤ ਸਤਰਕ ਹੋਣਗੇ, ਮੈਨੂੰ ਪੂਰਨ ਆਸ ਹੈ। ਲੋ ਇੱਕ ਹੋਰ ਖਬਰ ਜਿਹੜੀ ਤੁਹਾਡੇ ਨਾਲ ਜੁੜੀ ਹੋਈ ਹੈ, ਖਾਸ ਤੌਰ ਤੇ ਯੂਨੀਵਰਸਿਟੀਆਂ ਕਾਲਜਾਂ ਦੇ ਨਾਲ ਜਿਹੜੇ ਬੱਚੇ ਪੜ੍ਹ ਰਹੇ ਨੇ ਉਹਨਾਂ ਨਾਲ। ਪਰਸੋਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਪਿਛਲੀਆਂ ਪ੍ਰੀਖਿਆਵਾਂ ਜਿਹੜੀਆਂ ਸਮੈਸਟਰ ਦੀਆਂ ਹੁੰਦੀਆਂ ਨੇ, ਉਹਦੇ ਆਧਾਰ ਤੇ ਤੁਹਾਨੂੰ ਪ੍ਰਮੋਟ ਕਰ ਦਾਂਗੇ, ਪ੍ਰੀਖਿਆਵਾਂ ਰੱਦ, ਕੋਈ ਐਗਜ਼ਾਮ ਨਹੀਂ ਹੋਣਾ। ਗੱਲ ਆ ਗਈ ਸੀ ਵੀ ਮੈਡੀਕਲ ਦਾ ਇਕੱਲੇ ਦਾ ਐਗਜ਼ਾਮ ਹੋਣਾ, ਬਾਕੀਆਂ ਦੇ ਨਾ ਹੋਣਾ। ਪਰ ਅੱਜ ਕੋਈ ਨਵੀਂ ਗੱਲ ਆ ਗਈ, ਉਹ ਹੈ UGC ਦੀ, ਜਿਹਨੇ ਇਹ ਸਾਰਾ ਕੁਝ ਕਰਨ ਦਾ, ਯੂਨੀਵਰਸਿਟੀ ਗ੍ਰਾਂਟ ਕਮਿਸ਼ਨ। ਹੁਣ ਮੈਨੂੰ ਲੱਗਦਾ ਕੈਪਟਨ ਸਾਹਿਬ ਦਾ ਜਿਹੜਾ ਫੈਸਲਾ ਉਹ ਬਦਲਣਾ ਪੈਣਾ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਸਪਸ਼ਟ ਕਹਿਤਾ ਕਿ ਜਿਹੜੀਆਂ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਨੇ ਉਹ ਤਾਂ ਹੋਣਗੀਆਂ, ਐ ਕਿਵੇਂ ਅਸੀਂ ਪ੍ਰਮੋਟ ਕਰ ਦਈਏ। ਇਕੱਲੀ ਇਹ ਗੱਲ ਨਹੀਂ, ਹੋਰ ਵੀ ਹੈ ਕਿ ਜਿਨ੍ਹਾਂ ਦੀਆਂ ਸਪਲੀਆਂ ਆਈਆਂ ਨੇ ਉਹਨਾਂ ਨੂੰ ਕਿਵੇਂ ਪ੍ਰਮੋਟ ਕਰ ਦੋਗੇ, ਭਾਵੇਂ ਉਹ ਫਾਈਨਲ ਸਮੈਸਟਰ 'ਚ ਹੈਗੇ ਨੇ ਜਾਂ ਨਹੀਂ ਹੈਗੇ। ਸੋ ਇਹ ਬੜਾ ਪੇਚੀਦੇ ਦਾ ਮਸਲਾ ਹੈ। ਪਰ ਇਹ ਗੱਲ UGC ਨੇ ਸਹੀ ਕੀਤੀ ਹੈ ਕਿ ਚਾਹੇ ਆਨਲਾਈਨ ਪ੍ਰੀਖਿਆਵਾਂ ਲਵੋ, ਚਾਹੇ ਜਿਵੇਂ ਮਰਜ਼ੀ ਲਵੋ, ਲੇਕਿਨ ਹੁਣ ਇਹ ਚਾਹੀਦਾ ਹੈ ਕਿ ਜਿਹੜੀਆਂ ਪ੍ਰੀਖਿਆਵਾਂ ਕਾਰਨ ਦੇ ਬਾਅਦ ਹੀ ਜਿਹੜਾ ਹੈ ਪ੍ਰਮੋਟ ਹੋਣੇ ਚਾਹੀਦੇ ਨੇ। ਵੈਸੇ ਉਹਨਾਂ ਲੋਕਾਂ ਨੂੰ ਨੁਕਸਾਨ ਹੋਊ ਜਿਹੜੇ ਸੋਚਦੇ ਨੇ ਚਲੋ ਛੱਡੋ, ਇਹ ਤਾਂ ਫਾਰਮੈਲਿਟੀ ਹੁੰਦੀ ਹੈ, ਜਿਹੜੇ ਮੰਥਲੀ ਟੈਸਟ ਹੁੰਦੇ ਨੇ ਬਾਅਦ 'ਚ ਦੇਖਾਂਗੇ, ਫਾਈਨਲ 'ਚ ਅਸੀਂ ਨੰਬਰ ਲਵਾਂਗੇ, ਪਰ ਉਹ ਗੜਬੜ ਹੋ ਰਹੀ ਹੈ। ਅੱਜ ਇੱਕ ਹੋਰ ਗੱਲ ਜਿਹੜੀ ਮੈਂ ਤੁਹਾਨੂੰ 7 ਜੁਲਾਈ ਹੈ, ਅੱਜ ਉਹ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਪਿੰਡਾਂ 'ਚ, ਸ਼ਹਿਰਾਂ 'ਚ, ਕਸਬਿਆਂ 'ਚ, ਸਾਰੇ ਪੰਜਾਬ 'ਚ ਅੰਦੋਲਨ ਕਰ ਰਿਹਾ ਹੈ। 10 ਤੋਂ 11 ਪ੍ਰਦਰਸ਼ਨ ਕਰ ਰਹੇ ਨੇ। ਇਸ਼ੂ ਕੀ ਸੀ? ਸ਼ੁਰੂਆਤੀ ਇਸ਼ੂ ਤਾਂ ਇਹ ਸੀ ਕਿ ਤੇਲ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਹੁਣ ਤੇਲ ਦੀਆਂ ਕੀਮਤਾਂ ਤੇ ਕਿਵੇਂ ਕਰਨ, ਕਿਉਂਕਿ ਕੇਂਦਰ ਸਰਕਾਰ ਹੈ ਔਰ ਕੀਮਤਾਂ ਵਧਾਉਣ 'ਚ ਬੀਬਾ ਹਰਸਿਮਰਤ ਕੈਬਨਿਟ ਮਿਨਿਸਟਰ ਨੇ, ਕੈਬਨਿਟ ਦਾ ਹੱਥ ਹੈ। ਤੋ ਇਸ ਕਰਕੇ ਉਹਨਾਂ ਨੇ ਇਹ ਕਿਹਾ ਸੀ ਉੱਥੇ ਤਾਂ ਅਸੀਂ ਕਰਾਂਗੇ ਬੇਨਤੀ, ਕੇਂਦਰ ਸਰਕਾਰ ਨੂੰ ਤਾਂ ਕਰਾਂਗੇ ਬੇਨਤੀ ਕਿ ਤੁਸੀਂ ਤੇਲ ਦੀਆਂ ਕੀਮਤਾਂ ਘਟਾ ਲਓ। ਪੰਜਾਬ ਸਰਕਾਰ ਦਾ ਅਸੀਂ ਲਾਵਾਂਗੇ ਧਰਨਾ ਕਿ ਤੁਸੀਂ ਵੈਟ ਜਿਹੜਾ ਘਟਾਓ 10 ਰੁਪਏ, ਤੇ ਉਧਰ ਅਸੀਂ ਕਹਾਂਗੇ 10 ਰੁਪਏ ਤੁਸੀਂ। ਇਹ ਤਾਂ ਉਹਨਾਂ ਨੇ ਜਿਹੜਾ ਪੱਕਾ ਉਹਨਾਂ ਦਾ ਜਿਹੜਾ ਇੱਕ ਸਟਾਈਲ ਹੈ ਦੋਨੇ ਪਾਸੇ ਚੱਲਣ ਦਾ, ਉਹ ਸੀ। ਦੂਜੇ ਪਾਸੇ ਫਿਰ ਉਹਨਾਂ ਨੇ ਕਿਹਾ ਕਿ ਜਿਹੜੇ ਨੀਲੇ ਕਾਰਡ ਕੱਟੇ ਗਏ ਨੇ ਉਹ ਸਾਡਾ ਇਸ਼ੂ ਹੈ। ਤੇ ਪਰ ਫਿਰ ਤੀਜੇ ਵਾਰ ਜਦੋਂ ਦੇਖਿਆ ਹਰਸਿਮਰਤ ਹੋਰਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਅਸੀਂ 70 ਲੱਖ, ਹਾਲਾਂਕਿ ਇਹ ਕਹਿੰਦੇ ਸੀ ਸੁਖਬੀਰ ਸਿੰਘ 80,000 ਮੀਟ੍ਰਿਕ ਟਨ, ਉਹ ਕਹਿੰਦੇ 70,000 ਮੀਟ੍ਰਿਕ ਟਨ ਜਿਹੜਾ ਅਨਾਜ ਆਇਆ ਉਹ ਕਿੱਥੇ ਗਿਆ। ਇਹ ਅਨਾਜ ਘਟਾਲੇ ਦੀ ਗੱਲ ਉਹ ਵੀ ਅੱਜ ਅਕਾਲੀ ਕਰਨਗੇ। ਸੋ ਅਕਾਲੀ ਵੀ ਅੱਜ ਅੰਦੋਲਨ ਕਰ ਰਹੇ ਨੇ। ਹੁਣ ਅਕਾਲੀ ਸੁੱਤੇ ਫਸੇ ਨੇ, ਲੋਕਾਂ 'ਚ ਮੈਸੇਜ ਤਾਂ ਦੇਣਾ ਕਿ ਅਸੀਂ ਤੁਹਾਡੇ ਨਾਲ ਹੈ, ਉਹ ਕਿਵੇਂ ਦੇਣਾ ਹੈ ਇਹ ਬੜੀ ਔਖੀ ਹੁੰਦੀ ਹੈ। ਕਈ ਵਾਰੀ ਪੋਲਿਟਿਕਸ ਦੇ ਵਿੱਚ ਇਹ ਜਿਹੜੀਆਂ ਦੋ ਕਿਸ਼ਤੀਆਂ ਦਾ ਸਵਾਰ ਹੋ ਕੇ ਚੱਲਣਾ ਔਖਾ ਬੜਾ, ਪਰ ਹੈ ਹੀ ਪੋਲਿਟਿਕਸ ਕਿਹੜਾ ਸੌਖੀ ਹੈ, ਹੁੰਦੀ ਤਾਂ ਇਹ ਵੀ ਬਹੁਤ ਔਖੀ ਹੈ। ਔਰ ਜਾਖੜ ਸਾਹਿਬ ਵੀ ਲੱਗੇ ਹੋਏ ਨੇ, ਹਾਲਾਂਕਿ ਮੈਂ ਸ਼ੁਰੂ 'ਚ ਕਿਹਾ ਸੀ ਉਹਨਾਂ ਦਾ ਅੰਦੋਲਨ ਜਨ ਅੰਦੋਲਨ ਤਾਂ ਨਹੀਂ ਬਣਨਾ, ਪਰ ਲੱਗੇ ਹੋਏ ਨੇ ਜਨ ਅੰਦੋਲਨ ਬਣਾਉਣ। ਉਹ ਵੀ ਬੰਦਿਆਂ ਨੂੰ, ਕੋਈ ਬੈਂਕ ਮੈਨੇਜਰ
ਰਿਟਾਇਰ ਹੋਇਆ ਉਹਨੂੰ ਆਪਦੀ ਪਾਰਟੀ 'ਚ ਰਹਿਣ ਲੱਗੇ ਨੇ। ਸੋ ਪਾਰਟੀਆਂ 'ਚ ਭੰਨ ਤੋੜ ਜਿਹੜੀ ਹੈ ਸ਼ੁਰੂ ਹੋਈ ਹੈ। ਇਹ ਤਾਂ ਆਪਾਂ ਦੇਖਿਆ ਤੇ ਬਹੁਤ ਕੁਝ ਹੋਰ ਵੀ ਦੇਖ ਰਹੇ ਹਾਂ ਆਪਾਂ ਕਿ ਬਹੁਤ ਸਾਲਾਂ ਬਾਅਦ, ਤਕਰੀਬਨ 20 ਸਾਲ, 2 ਦਹਾਕਿਆਂ ਬਾਅਦ ਖਾਲਿਸਤਾਨ ਲਗਾਤਾਰ ਮੀਡੀਆ 'ਚ ਆ ਰਿਹਾ, ਚਾਹੇ ਉਹ ਗੁਰਪਤਵੰਤ ਸਿੰਘ ਦਾ ਤੇ ਚਾਹੇ ਕੋਈ ਹੋਰ ਕਾਰਨ ਹੋਵੇ, ਅੱਤਵਾਦੀ ਐਲਾਨਣ ਦਾ ਕਾਰਨ ਹੋਵੇ, ਲੇਕਿਨ ਖਾਲਿਸਤਾਨ ਇਹਨਾਂ ਦਿਨਾਂ 'ਚ ਮੀਡੀਆ 'ਚ ਹੈ। ਔਰ ਜਿਹੜਾ ਬੰਦਾ ਖਾਲਿਸਤਾਨ ਨੂੰ ਆਪਣੀ ਪਾਰਟੀ ਦਾ ਮੰਤਵ ਬਣਾ ਕੇ ਚੱਲ ਰਿਹਾ ਹੈ ਪਰ ਤਰੀਕਾ ਸਾਡਾ ਡੈਮੋਕ੍ਰੇਟਿਕ ਹੋਊ, ਇਹ ਲਗਾਤਾਰ ਕਹਿ ਰਹੇ ਨੇ, ਉਹ ਹੈ ਸਿਮਰਨਜੀਤ ਸਿੰਘ ਮਾਨ। ਮਾਨ ਨੇ ਫਿਰ ਕਿਹਾ ਕਿ ਜਿਹੜਾ ਗੁਰਪਤਵੰਤ ਕਰਾ ਰਿਹਾ ਹੈ, ਖਾਲਿਸਤਾਨ ਤਾਂ ਅਸੀਂ ਵੀ ਮੰਗਦੇ ਹਾਂ, ਪਰ ਜਿਹੜਾ ਉਹ ਰੈਫਰੈਂਡਮ ਕਰਾ ਰਿਹਾ ਹੈ ਉਹ ਠੀਕ ਨਹੀਂ। ਕੋਈ ਵੀ ਪ੍ਰਾਈਵੇਟ ਰੈਫਰੈਂਡਮ ਮਰਦਮਸ਼ੁਮਾਰੀ ਨਹੀਂ ਕਰਾ ਸਕਦਾ, ਠੀਕ ਨਹੀਂ ਹੁੰਦਾ। ਤੇ ਲੇਕਿਨ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਾਉਣ ਵਾਲੇ ਸਿਮਰਨਜੀਤ ਸਿੰਘ ਮਾਨ ਕਹਿੰਦੇ ਅਸੀਂ ਤਾਂ ਡੈਮੋਕ੍ਰੇਟਿਕ ਢੰਗ ਨਾਲ, ਲੋਕਤੰਤਰਕ ਢੰਗ ਨਾਲ ਲਵਾਂਗੇ ਖਾਲਿਸਤਾਨ। ਅਗਲੀ ਗੱਲ ਕਰ ਲਈਏ ਆਪਾਂ। ਦੇਖੋ, ਜਦੋਂ ਵੀ ਕੋਈ ਗੱਲ ਆਊਗੀ, ਮਾਫ ਕਰਨਾ, ਮੈਂ ਤਾਂ ਜੋ ਸਰਕਾਰਾਂ ਕਰਦੀਆਂ ਨੇ ਉਹੀ ਦੱਸਣਾ ਹੈ। ਹੁਣ ਸਰਕਾਰ ਇੱਕ ਹੋਰ ਇਹੋ ਜਿਹਾ ਕੰਮ ਕਰ ਰਹੀ ਹੈ, ਤੁਹਾਡੇ ਤੇ ਹੋਰ ਬੋਝ ਪਾ ਰਹੀ ਹੈ। ਬੋਝ ਵੀ ਥੋੜਾ ਬਹੁਤਾ ਨਹੀਂ, 25 ਕਰੋੜ ਦਾ। ਕੀ ਆ ਉਹ? ਇੰਤਕਾਲ। ਇੰਤਕਾਲ ਜਦੋਂ ਤੁਸੀਂ ਕਰਾਉਣੇ ਹੋ ਉਹਦੀਆਂ ਦੁੱਗਣੀਆਂ ਕਰਤੀਆਂ ਫੀਸਾਂ। ਮੇਰੇ ਯਾਦ ਹੈ ਕਿਸੇ ਸਮੇਂ ਇਹ ਇੰਤਕਾਲ 1-2 ਰੁਪਏ 'ਚ ਹੋ ਜਾਂਦਾ ਸੀ, ਫਿਰ ਭੱਠਲ ਮੈਡਮ ਨੇ 100 ਰੁਪਇਆ ਕਰਤਾ, ਪਤਾ ਨਹੀਂ 150 ਕੀਤਾ ਸੀ ਉਦੋਂ, ਫਿਰ 50 ਰੁਪਏ ਵਧਾਏ ਸੀ, ਫਿਰ ਹੌਲੀ ਹੌਲੀ ਵੱਧਦਾ ਹੁਣ ਇੰਤਕਾਲ ਜਿਹੜਾ ਹੈ 300 ਰੁਪਏ ਸੀ, ਹੁਣ 600 ਰੁਪਇਆ ਹੋ ਗਿਆ। ਤੇ ਉਹਦੇ ਨਾਲ ਬਹੁਤ ਪੈਸਾ ਹੁੰਦਾ। ਸਾਲ ਦੇ ਵਿੱਚ 8,25,000 ਇੰਤਕਾਲ ਹੁੰਦੇ ਨੇ ਤਕਰੀਬਨ। ਹਰ ਰੋਜ਼ 69, ਹਰ ਮਹੀਨੇ 69,000 ਇੰਤਕਾਲ ਹੁੰਦੇ ਨੇ। ਤੇ ਹੁਣ ਉਹ 600 ਰੁਪਇਆ ਲੱਗਿਆ ਕਰੂਗਾ, ਉਹਦੀ ਫੀਸ ਵਧਾਤੀ। ਔਰ ਕਿਤੇ 1 ਰੁਪਇਆ ਤੇ ਕਿਤੇ 600 ਰੁਪਇਆ। ਹੁਣ ਤੁਸੀਂ ਦੇਖ ਲਓ ਸਰਕਾਰ ਕਿੱਥੋਂ ਪੈਸੇ ਇਕੱਠੇ ਕਰਦੀ ਹੈ, ਇਹ ਆਪਾਂ ਨੂੰ ਹੁਣ ਦੇਖਣਾ ਪਏਗਾ। ਚਾਹੇ ਬਾਦਲ ਸਾਹਿਬ ਅੱਜ ਉਹ ਕਰ ਰਹੇ ਨੇ, ਲੇਕਿਨ ਉਹਨਾਂ ਕੋਲ ਤਾਂ ਹੋਰ ਕੋਈ ਢੰਗ ਹੀ ਨਹੀਂ ਮਾਲੀਏ ਦਾ। ਜਿਹੜਾ ਮਾੜਾ ਮੋਟਾ ਢੰਗ ਸੀ ਸ਼ਰਾਬ ਦਾ, ਉਹ ਸਿੱਧੇ ਤਰੀਕੇ ਨਾਲ ਸਰਕਾਰ ਦੀ ਜੇਬ 'ਚ ਜਾਣ ਦੀ ਬਜਾਏ ਲੀਡਰਾਂ ਦੀ ਜੇਬ 'ਚ ਜਾ ਰਿਹਾ ਹੈ। ਇਸ ਤਰ੍ਹਾਂ ਰੇਤੇ ਦਾ ਪੈਸਾ ਆਉਣਾ ਸੀ, ਉਹ ਵੀ ਜਾ ਰਿਹਾ ਹੈ। ਤਾਂ ਇਹ ਸਾਰਾ ਕੁਝ ਇਸ ਪੰਜਾਬ ਦੀ ਇਸ ਡਗਮਗਾਉਂਦੀ ਆਰਥਿਕ ਹਾਲਤ ਦੇ ਵਿੱਚ ਅਸੀਂ ਕਿੱਧਰ ਦੇਖੀਏ। ਤੇ ਹੁਣ ਤਾਂ ਫਿਰ ਬਾਬਾ ਨਾਨਕ ਹੀ ਸਾਡੇ ਸਾਹਮਣੇ ਆਉਂਦਾ। ਬਾਬਾ ਨਾਨਕ ਨੂੰ ਬੇਨਤੀ ਕਰਦੇ ਹਾਂ ਕਿ ਹਾਲਤ ਠੀਕ ਰੱਖੋ। ਪਰ ਕਈ ਵਾਰੀ ਤਾਂ ਦੁੱਖ ਹੁੰਦਾ ਕਿ ਜਿਹੜੇ ਹਰ ਰੋਜ਼ ਬਾਬਾ ਨਾਨਕ ਨੂੰ ਯਾਦ ਕਰਦੇ ਨੇ ਉਹਨਾਂ ਤੋਂ ਬਹੁਤ ਬੁਰੀ ਹੈ। ਹਾਲਾਂਕਿ ਭਾਈ ਲੌਂਗੋਵਾਲ ਨੇ ਕਿਹਾ, ਜਿਹੜੇ SGPC ਦੇ ਪ੍ਰਧਾਨ ਨੇ, ਜੀ ਬੜੀ ਜਲਦੀ ਠੀਕ ਹੋ ਜਾਊ। ਪਰ ਪ੍ਰਧਾਨ ਸਾਹਿਬ, ਇਹ ਤੁਹਾਡਾ ਮੈਨੂੰ ਠੀਕ ਨਹੀਂ ਲੱਗਿਆ ਕਿ ਜੀ ਅਸੀਂ ਸ਼ੁਰੂ ਕਰ ਦਾਂਗੇ। ਮਸਲਾ ਕੀ ਹੈ? ਮਸਲਾ ਇਹ ਹੈ, ਤਕਰੀਬਨ 8,000 ਪਾਠੀ ਨੇ, 900 ਪਾਠੀ ਤਾਂ ਇਕੱਲੇ ਹਰਮੰਦਰ ਸਾਹਿਬ 'ਚ ਨੇ, 500 ਜਿਹੜੇ ਗੁਰਦੁਆਰਾ ਸ਼ਹੀਦਾਂ ਕੇਸਗੜ੍ਹ ਸਾਹਿਬ, ਇਸ ਤਰ੍ਹਾਂ ਬਾਬਾ ਬਕਾਲਾ 150, ਮਤਲਬ ਸਾਰੇ ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ, ਜਦੋਂ ਵੀ ਲੋਕ ਕੋਈ ਅਖੰਡ ਪਾਠ ਸਾਹਿਬ ਕਰਾਉਂਦੇ ਨੇ ਤਾਂ ਉਹਨਾਂ ਤੋਂ ਲੈ ਜਾਂਦਾ ਹੈ ਤਕਰੀਬਨ 8500 ਰੁਪਇਆ। ਇਹਨਾਂ 'ਚੋਂ ਫਿਰ ਇਹਨਾਂ ਨੂੰ 900 ਰੁਪਇਆ ਦੇ ਦਿੰਦੇ ਨੇ। ਚਲੋ ਮਹੀਨੇ 'ਚ 5-7-10 ਪਾਠ ਆ ਗਏ, ਇਹਨਾਂ ਦਾ ਗੁਜ਼ਾਰਾ ਚੱਲ ਰਿਹਾ ਸੀ। ਲੇਕਿਨ ਹੁਣ ਪਾਠੀਆਂ ਦਾ ਗੁਜ਼ਾਰਾ ਨਹੀਂ, ਲੋਕ ਪਾਠ ਨਹੀਂ ਕਰਾਉਂਦੇ, ਲੋਕ ਗੁਰਦੁਆਰਿਆਂ 'ਚ ਨਹੀਂ ਜਾਂਦੇ। ਇਹਨਾਂ ਬਾਰੇ ਜੇ ਕਿਸੇ ਨੇ ਸੋਚਿਆ, ਉਹ SP ਸਿੰਘ ਅਬਰਾਏ ਹੈ। ਅਬਰਾਏ ਨੇ ਇਹ ਗੱਲ ਜ਼ਰੂਰ ਕੀਤੀ ਕਿ ਉਹਨੇ ਇਹਨਾਂ ਪਾਠੀਆਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ ਜਿਹੜੇ ਵੀ ਆਉਂਦੇ ਨੇ। ਲੇਕਿਨ ਇੱਕ ਪ੍ਰੀਸਟ ਹੋਵੇ, ਉਹ ਇਹ ਗੱਲ ਮੈਨੂੰ ਚੰਗੀ ਨਹੀਂ ਲੱਗੀ। ਲੌਂਗੋਵਾਲ ਸਾਹਿਬ ਬੜੀ ਜਲਦੀ ਪਾਠ ਹੋਣਗੇ। SGPC ਜਿੱਥੇ ਲੋਕਾਂ ਲਈ ਇੰਨੇ ਕਰਦੀ ਹੈ ਤਾਂ ਆਪਣੇ ਪਾਠੀਆਂ ਲਈ ਤਾਂ ਕਰੇ, ਜਿਹੜੇ ਤੁਹਾਡੇ ਲਈ ਪ੍ਰਚਾਰ ਕਰ ਰਹੇ ਨੇ। ਮੈਂ SP ਸਿੰਘ ਅਬਰਾਏ ਦੀ ਗੱਲ ਕੀਤੀ ਸੀ। ਅਬਰਾਏ ਨੇ ਖੂਬ ਵੱਡਾ ਕੰਮ ਕੀਤਾ। ਅੱਜ ਇੱਕ ਫਲਾਈਟ ਆਉਣੀ ਹੈ ਦੁਬਈ ਚੋਂ, ਚਾਰਟਰ ਫਲਾਈਟ ਹੈ। ਜਿਹੜੇ ਲੋਕ ਫਸੇ ਨੇ ਆਉਣੇ ਸ਼ੁਰੂ ਹੋ ਗਏ। ਇਹਨਾਂ ਨੇ ਐਲਾਨ ਕੀਤਾ ਸੀ ਕਿ ਅਸੀਂ ਜਹਾਜ਼ ਦੇ ਪੈਸੇ ਦੇਵਾਂਗੇ, ਤੇ ਉਹ ਅੱਜ 173 ਬੰਦੇ ਸ਼ਾਮ ਨੂੰ ਪਹੁੰਚ ਜਾਣਗੇ ਚੰਡੀਗੜ੍ਹ, ਤੇ ਹਾਲੇ ਕਈ ਫਲਾਈਟਾਂ ਆਉਣੀਆਂ ਨੇ। ਤਾਂ ਮੈਂ ਸਮਝਦਾ ਜੇ ਇੱਕ ਸਰਬੱਤ ਦਾ ਭਲਾ ਟਰਸਟ ਵਰਗਾ NGO ਕੰਮ ਕਰ ਸਕਦੀ ਹੈ, ਤੇ ਜੇ ਉਹ ਪਾਠੀਆਂ ਨੂੰ ਪੈਸੇ ਦੇ ਸਕਦੀ ਹੈ, ਕਿਉਂ ਨਹੀਂ ਜਿਹੜੀ ਹੈ SGPC ਇਹਦੇ ਬਾਰੇ ਸੋਚਦੀ। ਕਿਤੇ ਨਾ ਕਿਤੇ ਸਵਾਲ ਖੜੇ ਹੁੰਦੇ ਨੇ ਲੋਕਾਂ ਦੇ ਮਨਾਂ 'ਚ, ਖਿਆਲ ਜ਼ਰੂਰ ਰੱਖੋ। ਤੇ ਨਾਲ ਆਪਾਂ ਇੱਕ ਹੋਰ ਗੱਲ ਕਰ ਲਈਏ, ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ। ਲੋਕ ਇਨਸਾਫ ਪਾਰਟੀ ਲਗਾਤਾਰ ਲੋਕਾਂ ਦੇ ਮਸਲੇ ਹੱਲ ਕਰ ਰਹੀ ਹੈ, ਇਨਸਾਫ ਮੰਗ ਰਹੀ ਹੈ। ਤੇ ਹੁਣ ਨਵਾਂ ਇਨਸਾਫ ਕੀ ਮੰਗਿਆ? SGPC ਦੇ ਮੈਂਬਰ ਨੇ, ਭਾਵੇਂ MLA ਵੀ ਨੇ, ਬਲਵਿੰਦਰ ਸਿੰਘ ਬੈਂਸ ਸਿਮਰਜੀਤ ਸਿੰਘ ਬੈਂਸ ਤੋਂ ਵੱਡੇ ਨੇ। ਕੀ ਉਹਨਾਂ ਨੇ ਕਿਹਾ
कि कल ਅੰਮ੍ਰਿਤਸਰ गए, ਉੱਥੇ ਪੁਲਿਸ ਕਮਿਸ਼ਨਰ ਨੂੰ ਜਾ ਕੇ ਕਹਿੰਦੇ ਆ ਚੱਕੋ ਸਾਡਾ ਇਹ ਤੇ ਕੇਸ ਦਰਜ ਕਰੋ, 267 ਪਾਵਨ ਬੀੜਾਂ ਦਾ ਪਤਾ ਕਿਉਂ ਨਹੀਂ ਲੱਗ ਰਿਹਾ ਕਿੱਥੇ ਨੇ। ਇਹ ਤਾਂ ਉਦੋਂ ਹੀ ਪਤਾ ਲੱਗਿਆ ਨਾ, ਸੱਚੀ ਗੱਲ ਤਾਂ ਇਹ ਹੈ ਜਦੋਂ ਬੰਦਾ ਰਿਟਾਇਰ ਹੋਇਆ ਉਹਦੇ ਡਿਊਜ਼ ਮਿਲਨੇ ਸੀ, ਉਹ ਚ 267 ਬੀੜਾਂ ਪਈਆਂ। ਉਹ ਹੁਣ ਕਹਿੰਦੇ ਵੀ ਮੇਰੇ ਤਾਂ ਕਸੂਰ ਨਹੀਂ, ਉਹਨੇ ਸਾਰਾ ਕੁਝ ਅੱਗੇ ਲਿਆਤਾ। ਤੇ ਹੁਣ ਇਹ ਜਿਹੜਾ ਕੁਝ ਹੈ ਇਹ ਤਾਂ ਇੱਕ ਬੀੜ ਦੇ ਪਿੱਛੇ ਅਸੀਂ ਦੇਖੋ ਕਿੰਨਾ ਕੁਝ ਬੇਅਦਬੀ ਦੀ ਗੱਲਾਂ ਕਰ ਰਹੇ ਹਾਂ। ਇੱਕ ਚੋਰੀ ਹੈ, 267 ਕਿੱਥੇ ਗਈਆਂ? ਮੰਨ ਲਓ ਰਾਮਸਰ ਗੁਰਦੁਆਰੇ ਚ, ਉਹ ਦੱਸੋ ਵੀ ਉਹਦੇ ਚ ਅਗਨ ਭੇਟ ਹੋ ਗਈਆਂ, ਲੇਕਿਨ ਇਹਦੀ ਇਨਕੁਆਇਰੀ ਕਰਾਉਣ ਲਈ ਕੱਲ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ। ਦੇਖੋ ਪਿਆਰੇ ਦਰਸ਼ਕੋ, ਗੱਲਾਂ ਤਾਂ ਹੁਣ ਸਕੂਲ ਫੀਸ ਦੀਆਂ ਵੀ ਨੇ, ਤੇ ਕੱਲ ਦੋ ਤਿੰਨ ਪੰਜ ਅਕਾਲੀ ਲੀਡਰਾਂ ਤੇ ਕੱਲ ਕੇਸ ਵੀ ਦਰਜ ਹੋਏ ਨੇ ਸਕੂਲ ਫੀਸਾਂ ਨੂੰ ਲੈ ਕੇ ਪਟਿਆਲੇ ਦੇ ਵਿੱਚ। ਹੋਰ ਵੀ ਕਈ ਖਬਰਾਂ ਨੇ, ਅੰਕੜੇ ਵੀ ਨੇ ਜਿਹੜੇ ਆਪਾਂ ਦੇਣੇ ਨੇ, ਲੇਕਿਨ ਵਕਤ ਹੋ ਗਿਆ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਮਿਲਦੇ ਹਾਂ। ਨਾਰਥ ਅਮਰੀਕਾ ਦੇ ਦਰਸ਼ਕ ਇਸ ਤਰ੍ਹਾਂ ਬਣੇ ਰਹਿਣ, ਤੇ ਤੁਸੀਂ ਜਿਹੜੇ ਸਾਡੇ ਇੰਡੀਆ 'ਚ ਬੈਠੇ ਹੋ, ਤੁਸੀਂ ਫੇਸਬੁੱਕ ਜਾਂ YouTube ਲਾਈਵ ਤੇ ਸਾਡੇ ਨਾਲ ਜੁੜ ਸਕਦੇ ਹੋ। ਲੈਣੇ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਫੇਰ ਸਵਾਗਤ। ਇਸ ਤੋਂ ਪਹਿਲਾਂ ਕਿ ਆਪਾਂ ਇੱਕ ਦੋ ਇੰਟਰਨੈਸ਼ਨਲ ਖਬਰਾਂ ਲਈਏ, ਪੰਜਾਬ ਦੇ ਵਿੱਚ ਫੀਸਾਂ ਦਾ ਮਸਲਾ ਬਹੁਤ ਅਹਿਮ ਬਣਿਆ ਪਿਆ। ਹਾਈ ਕੋਰਟ ਨੇ ਪ੍ਰਾਈਵੇਟ ਸਕੂਲਾਂ ਨੂੰ ਕਹਿਤਾ ਕਿ ਤੁਸੀਂ ਫੀਸ ਵਸੂਲ ਲਓ, ਤੇ ਹੁਣ ਇਹ ਸਿਆਸਤ ਇਹ ਸ਼ੁਰੂ ਹੋ ਗਈ ਕਿ ਲੋਕ ਤੇ ਪੋਲੀਟੀਕਲ ਪਾਰਟੀਆਂ, ਅਕਾਲੀ ਖਾਸ ਤੌਰ ਤੇ, ਈਵਨ ਆਮ ਆਦਮੀ ਪਾਰਟੀ ਵੀ, ਇਹ ਕਹਿੰਦੇ ਨੇ ਵਿਰੋਧੀ ਪਾਰਟੀਆਂ ਨੇ ਕਿ ਇਹ ਪੰਜਾਬ ਸਰਕਾਰ ਨੇ ਸਕੂਲਾਂ ਦਾ ਪੱਖ ਜਿਹੜਾ ਹੈ, ਮਾਪਿਆਂ ਦਾ ਪੱਖ ਚੰਗੀ ਤਰ੍ਹਾਂ ਪੇਸ਼ ਨਹੀਂ ਕੀਤਾ, ਇਸ ਕਰਕੇ ਮਾਪਿਆਂ ਨੂੰ ਫੀਸ ਦੇਣੀ ਪੈ ਰਹੀ ਹੈ। ਕੱਲ ਪਟਿਆਲਾ ਦੇ ਵਿੱਚ ਚੰਦੂਮਾਜਰਾ, ਹਰਿੰਦਰਪਾਲ ਸਿੰਘ ਚੰਦੂਮਾਜਰਾ, ਬੰਟੀ ਰਮਾਣਾ, ਹਰਪਾਲ ਜਨੇਜਾ, ਹੋਰ ਬਹੁਤ ਸਾਰੇ ਲੀਡਰਾਂ ਨੇ ਵਿਰੋਧ ਕੀਤਾ, ਤੇ ਵਿਰੋਧ ਕਰਨ ਵੇਲੇ ਜਿਹੜਾ ਪ੍ਰਦਰਸ਼ਨ ਸੀ ਉਹ 'ਚ ਪੁਲਿਸ ਇਹ ਕਹਿੰਦੀ ਹੈ ਮਾਸਕ ਨਹੀਂ ਪਾਏ ਹੋਏ ਸੀ, ਕੇਸ ਦਰਜ ਕਰਤਾ। ਲੇਕਿਨ ਉਹ ਕੇਸ ਦਰਜ ਹੋਣਾ ਚਲੋ ਪੋਲੀਟੀਕਲ ਬੰਦਿਆਂ ਦੇ ਹੁੰਦੇ ਰਹਿੰਦੇ ਨੇ, ਗੱਲ ਬੜੀ ਸਪਸ਼ਟ ਹੈ, ਇਸ਼ੂ ਲਗਾਤਾਰ ਭਖਿਆ ਹੋਇਆ। ਹੁਣ ਮਾਪੇ ਵੀ ਚਲੇ ਗਏ ਹਾਈ ਕੋਰਟ ਦੇ ਵਿੱਚ ਡਬਲ ਬੈਂਚ ਕੋਲ, ਤੇ 13 ਦੀ ਪੇਸ਼ੀ ਪਈ ਹੈ। ਹੁਣ ਪੰਜਾਬ ਸਰਕਾਰ ਵੀ ਕਹਿੰਦੀ ਉਦੋਂ ਪਹਿਲਾਂ ਅਸੀਂ ਜਿਹੜਾ ਹੈ ਉੱਥੇ ਚਲੇ ਜਾਣਾ, ਲੇਟਰ ਪੇਟੈਂਟ ਜਿਹੜਾ ਹੈ ਉਹ ਪਾਵਾਂਗੇ 13 ਤੋਂ ਪਹਿਲਾਂ। ਇਹ ਗੱਲ ਵਿਜੇਂਦਰ ਸਿੰਗਲਾ ਵੀ ਕਹਿ ਗਏ ਸੀ, ਔਰ ਕੋਰਟ ਇਹ ਕਹਿੰਦੀ ਹੈ ਕਿ ਸਕੂਲ ਵਾਲੇ ਫੀਸ ਲੈ ਸਕਦੇ ਨੇ ਕਿਉਂਕਿ ਆਨਲਾਈਨ ਪੜ੍ਹਾਉਂਦੇ ਨੇ। ਮਸਲਾ ਪੰਜਾਬੀਆਂ ਦਾ, ਔਰ ਕਰੋਨਾ ਪੰਜਾਬੀਆਂ ਨੂੰ ਆਪਸ ਚ ਲੜਾ ਰਿਹਾ ਹੈ। ਵਿਰੋਧੀ ਪਾਰਟੀਆਂ ਸਿਆਸਤ ਕਰ ਰਹੀਆਂ ਨੇ, ਸਰਕਾਰ ਸਿਆਸਤ ਕਰ ਰਹੀ ਹੈ, ਲੋਕ ਪਿਸ ਰਹੇ ਨੇ। ਇਹ ਗੱਲ ਬਿਲਕੁਲ ਠੀਕ ਹੈ ਵਿਰੋਧੀ ਪਾਰਟੀਆਂ ਦੀ। ਸਰਕਾਰ ਦਾ ਰੋਲ ਕੀ ਹੈ? ਸਰਕਾਰ ਫੀਸ ਦੇ, ਜੇ ਸਰਕਾਰ ਚਾਹੁੰਦੀ ਹੈ ਤਾਂ ਸਰਕਾਰ ਦੇ ਕੋਲ ਜਿਹੜਾ ਰਿਜ਼ਰਵ ਫੰਡ ਪਿਆ ਨਾ ਸਕੂਲਾਂ ਦਾ, ਉਹਨੂੰ ਫੀਸ ਦੇ ਰੂਪ ਦੇ ਵਿੱਚ ਪਾਰਸ਼ਲੀ ਦੇ ਦੇ, ਉਹ ਸਕੂਲਾਂ ਵਾਲਿਆਂ ਨੂੰ ਦੇ ਦੇ। ਲੇਕਿਨ ਲੋਕਾਂ ਦੇ ਜਿਹੜਾ ਬੋਝ ਪੈ ਰਿਹਾ ਇਹ ਕਾਫੀ ਜ਼ਿਆਦਾ ਹੋਏਗਾ। ਇਹ ਵੀ ਇੱਕ ਜਿਹੜੀ ਹੈ ਖਬਰ ਹੈ। ਅਗਲੀ ਖਬਰ ਆਪਾਂ ਲਈਏ ਕਿ ਦੇਖੋ ਇੱਕ ਇੰਡੀਅਨ ਅਕੈਡਮੀ ਆਫ ਸਾਇੰਸਿਸ ਹੈ, ਇੰਡੀਅਨ ਅਕੈਡਮੀ ਆਫ ਸਾਇੰਸ IACS, ਇਹਨੇ ਕਿਹਾ ਕਿ ICMR ਜੋ ਕਹਿ ਰਹੀ ਹੈ ਕਿ 15 ਅਗਸਤ ਤੱਕ ਅਸੀਂ ਵੈਕਸੀਨ ਬਣਾ ਦੇਣੀ ਹੈ ਕਰੋਨਾ ਦੀ, ਉਹ ਪੋਸੀਬਲ ਨਹੀਂ, ਅਸੰਭਵ ਹੈ। ਹਾਲਾਂਕਿ ਇੱਕ ਲੈਟਰ ਜਿਹੜੀ ICMR ਦੇ ਡਾਇਰੈਕਟਰ ਦੀ ਲੀਕ ਹੋਈ ਹੈ,
ਜਿਹੜੀ ਉਹਨੇ 12 ਲੈਬੋਰਟਰੀਜ਼ 12 ਜਿਹੜੇ ਅਲੱਗ-ਅਲੱਗ ਥਾਵਾਂ ਤੇ ਲਿਖੀ ਸੀ ਕਿ ਤੁਸੀਂ ਹਿਊਮਨ ਟ੍ਰਾਇਲ ਕਰੋ ਔਰ ਜਿਹੜਾ ਨਹੀਂ ਕਰਤਾ ਤੇ ਐਕਸ਼ਨ ਲਿਆ ਜਾਊਗਾ। ਕਾਰਨ ਬੜਾ ਸਪਸ਼ਟ ਹੈ, ਜੋ ਸੀਤਾਰਾਮ ਯੇਚੁਰੀ ਨੇ ਕਿਹਾ ਸੀ 15 ਅਗਸਤ ਨੂੰ ਭਾਸ਼ਣ ਦੇਣਾ ਮੋਦੀ ਸਾਹਿਬ ਨੇ, ਉਹ ਚਾਹੁੰਦੇ ਨੇ ਉਦੋਂ ਪਹਿਲਾਂ ਮੈਂ ਕਰ ਲਾਂ, ਪਰ ਜਿਹੜੇ ਵਿਗਿਆਨੀ ਕਹਿੰਦੇ ਪੋਸੀਬਲ ਇਸ ਕਰਕੇ ਨਹੀਂ। ਜਿਹੜੀ ਲਾਸਟ ਟਰਾਇਲ ਹੁੰਦੀ ਹੈ ਨਾ ਹਿਊਮਨ ਟਰਾਇਲ, ਉਹ ਕਾਫੀ ਲੰਬੀ ਚੱਲਦੀ ਹੈ, ਜ਼ਿਆਦਾ ਗਿਣਤੀ 'ਚ ਬੰਦਿਆਂ ਤੇ ਵੈਕਸੀਨ ਲੱਗਦੀ ਹੈ, ਇਹ ਪੋਸੀਬਲ ਹੀ ਨਹੀਂ ਹੈ। ਕਿਉਂ ਮਜ਼ਾਕ ਇੰਡੀਆ ਦਾ ਉਡਾ ਰਿਹਾ ਹੈ? ਹਾਂ ਇਹ ਗੱਲ ਜ਼ਰੂਰ ਹੈ ਕਿ ਹਰ ਇੱਕ ਚਾਹੁੰਦੇ ਹਾਂ ਅਸੀਂ ਵੀ ਹੋਵੇ, ਲੇਕਿਨ ਇਹ ਜਿਹੜੀ ਗੱਲ ਅਸੰਭਵ ਹੋਵੇ ਉਹਨੂੰ ਕਿਉਂ ਤੁਸੀਂ ਵਾਰ-ਵਾਰ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹੋ? ਆਪਣਾ ਮਜ਼ਾਕ ਬਣਦਾ ਹੈ, ਇਹ ਆਪਾਂ ਨੂੰ ਪਤਾ ਹੈ। ਹੁਣ ਇੱਕ ਹੋਰ ਖਬਰ, ਇਹ ਵੀ ਕਰੋਨਾ ਨਾਲ ਸੰਬੰਧਿਤ ਹੈ। ਦੁਨੀਆ ਦੇ 32 ਮੁਲਕਾਂ ਤੋਂ 200 ਤੋਂ ਵੱਧ ਵਿਗਿਆਨੀ ਜਿਹੜੇ ਨੇ, ਉਹਨਾਂ ਨੇ ਇੱਕ ਪੱਤਰ ਲਿਖਿਆ WHO ਨੂੰ, ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਇੱਕ ਪੱਤਰ ਲਿਖਿਆ। ਕੀ ਕਿਹਾ ਉਹਦੇ ਚ? ਕਹਿੰਦੇ ਤੁਸੀਂ ਆਪਣੀਆਂ ਸਿਫਾਰਸ਼ਾਂ ਬਦਲ ਲਓ। ਹੁਣ ਸਾਡਾ ਅਧਿਐਨ ਇਹ ਕਹਿੰਦਾ ਹੈ ਕਿ ਕਰੋਨਾ ਹਵਾ ਨਾਲ ਵੀ ਫੈਲਦਾ ਹੈ। ਇਹ ਜਿਹੜੀ ਗੱਲ ਹੈ ਮੈਂ ਪਹਿਲਾਂ ਵੀ ਦੱਸੀ ਸੀ, ਰਿਸਰਚ ਹੋ ਰਹੀ ਹੈ, ਲੇਕਿਨ ਹੁਣ ਕਿਉਂਕਿ 32 ਮੁਲਕਾਂ ਨੇ ਕਿਹਾ ਕਿ ਇਹ ਜਿਹੜੇ ਤੁਸੀਂ ਬਾਰ, ਰੈਸਟੋਰੈਂਟ, ਦਫ਼ਤਰ, ਬਾਜ਼ਾਰ ਖੋਲੇ ਨੇ, ਉਦੋਂ ਬਾਅਦ ਤੁਸੀਂ ਦੇਖੋ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਕਿਉਂਕਿ ਇਹ ਬਿਨਾਂ ਕਿਸੇ ਹੁਣ ਤੱਕ ਲਾਗ ਨਾਲ ਫੈਲਦਾ, ਉਹ ਕਹਿੰਦੇ ਹਵਾ ਨਾਲ ਵੀ ਫੈਲਦਾ। ਇਹਦੇ ਨਾਲ ਤੁਸੀਂ ਆਪਣੀਆਂ ਸਿਫਾਰਸ਼ਾਂ ਬਦਲੋ। ਵਰਲਡ ਆਰਗੇਨਾਈਜੇਸ਼ਨ ਨੂੰ ਇਹਨਾਂ ਨੇ ਕਿਹਾ ਗੱਲ ਇਹ ਠੀਕ ਹੈ ਕਿ ਫੈਲਣਾ ਵੱਧ ਗਿਆ ਜਦੋਂ ਦਾ ਲਾਕਡਾਊਨ ਖਤਮ ਹੋਇਆ, ਪਰ ਜੇ ਲਾਕਡਾਊਨ ਲਾਉਣੇ ਆ ਤਾਂ ਭੁੱਖ ਨਾ ਮਰਾਂਗੇ, ਨਹੀਂ ਫਿਰ ਆਪਾਂ ਦੇਖਿਆ ਹੀ ਹੈ ਕਿ ਜਿਸ ਤਰੀਕੇ ਨਾਲ ਹਿੰਦੁਸਤਾਨ ਪਹੁੰਚਿਆ ਹੈ ਤੀਜੇ ਨੰਬਰ ਤੇ ਦੁਨੀਆ ਦੇ ਵਿੱਚ, ਔਰ 25-30 ਹਜ਼ਾਰ ਬੰਦੇ ਹਰ ਰੋਜ਼ ਜਿਹੜੇ ਅਫੈਕਟਡ ਹੁੰਦੇ ਨੇ, ਇਹਦਾ ਮਤਲਬ ਕਿ ਫੈਲਤਾ ਹੈ ਰਿਹਾ। ਇਸ ਤੋਂ ਪਹਿਲਾਂ ਕਿ ਆંકੜਿਆਂ ਵੱਲ ਆਈਏ, ਇੱਕ ਦੋ ਖਬਰਾਂ ਹੋਰ ਲੈ ਲਈਏ। ਕਿਹੜੀਆਂ? ਦੇਖੋ ਜੀ, ਰਾਹੁਲ ਗਾਂਧੀ ਤੋਂ ਬਿਨਾਂ ਅੱਜ ਕੱਲ੍ਹ ਖਬਰ ਹੁੰਦੀ ਨਹੀਂ ਪੂਰੀ। ਕੀ ਕਹਿੰਦੇ ਨੇ ਰਾਹੁਲ ਗਾਂਧੀ ਜੀ? ਉਹ ਕਹਿੰਦੇ ਹਾਰਵਰਡ ਬਿਜ਼ਨਸ ਸਕੂਲ ਰਿਸਰਚ ਕਰਾਓ। ਕਿਹੜੀ ਗਲਤ? 3 ਗੱਲਾਂ ਤੇ। ਕਿਹੜੀਆਂ ਗੱਲਾਂ? ਜਿਹੜੀਆਂ ਫੇਲਰਸ ਨੇ, ਅਸਫਲਤਾਵਾਂ ਨੇ ਮੋਦੀ ਦੀਆਂ। ਕਿਹੜੀਆਂ ਕਿਹੜੀਆਂ? ਕੋਵਿਡ-19 ਚ ਅਸਫਲ ਹੋ ਗਏ, ਨੋਟਬੰਦੀ ਟੋਟਲ ਅਸਫਲ, GST ਟੋਟਲ ਅਸਫਲ। ਇਹ ਜਿਹੜੀਆਂ ਮੋਦੀ ਦੀਆਂ ਅਸਫਲਤਾਵਾਂ ਨੇ, ਜਿਹਨੇ ਦੇਸ਼ ਨੂੰ ਜਿਹੜਾ ਬਰਬਾਦੀ ਦੇ ਕੰਢੇ ਤੇ ਲਿਆਤਾ, ਉਹ ਕਹਿੰਦੇ ਇਹ ਤੇ ਰਿਸਰਚ ਹੋ। ਦੇਖੋ ਜੀ, ਤੁਸੀਂ ਰਾਹੁਲ ਗਾਂਧੀ ਜੀ, ਤੁਹਾਡੇ ਕੋਲ ਲੌਜਿਕ ਹੈ ਕਿਉਂਕਿ ਵੱਧ ਰਹੇ ਹੈ ਕੇਸ। ਦੇਖੋ ਅਸੀਂ ਬੜੀ ਤੇਜ਼ੀ ਨਾਲ ਪਹੁੰਚ ਗਏ। GST ਦਾ ਕੋਈ ਫਾਇਦਾ ਨਹੀਂ, ਘੱਟੋ ਘੱਟ ਨੋਟਬੰਦੀ ਤੇ ਤਾਂ ਬਿਲਕੁਲ ਹੀ ਕੋਈ ਫਾਇਦਾ ਨਹੀਂ ਹੋਇਆ। ਉਹ ਅਸਫਲਤਾ ਤਾਂ ਉਹ ਤੇ ਤਾਂ ਸੱਚੀ ਉਹ ਰਿਸਰਚ ਕਰਾਉਣੀ ਬਣਦੀ ਹੈ ਕਿ ਸਾਰੇ ਦੇਸ਼ ਨੂੰ ਲਾਈਨ ਚਲਾਤਾ ਤਾਂ ਫਾਇਦਾ ਕੀ ਹੋਇਆ। ਤੇ ਚੀਨ ਜਿਹਨੇ ਸਾਰਾ ਕੁਝ ਗੜਬੜ ਕੀਤੀ ਹੈ, ਉਹ ਫੇਰ ਫਸ ਰਿਹਾ ਹੈ ਉੱਥੇ। ਹੁਣ ਬਿਊਬਿਨਕ ਇੱਕ ਪਲੇਗ ਹੈ, ਉਹ ਫੈਲ ਗਈ, ਔਰ ਇਹ ਕਹਿੰਦੇ ਕੱਚਾ ਮਾਸ ਖਾਣ ਨਾਲ ਫੈਲਦੀ ਹੈ। ਪਤਾ ਨਹੀਂ ਚੀਨ 'ਚ ਕੀ ਕੀ ਖਾਂਦੇ ਨੇ, ਕੀ ਕੀ ਬਣਾਉਂਦੇ ਨੇ। ਵੈਸੇ ਮੈਂ ਹਾਂਗਕਾਂਗ 'ਚ ਦੇਖਿਆ ਵੀ ਉਹਨਾਂ ਦਾ ਖਾਣ ਦੇ ਢੰਗ ਜੇ ਤਾਂ ਕਈ ਵਾਰੀ, ਮੈਂ ਤਾਂ ਸ਼ਾਕਾਹਾਰੀ ਬੰਦਾ, ਜਦੋਂ ਮੈਨੂੰ ਵੇ ਗਏ ਦੋਸਤ ਇੱਕ ਮਾਰਕੀਟ 'ਚ, ਉੱਥੇ ਤਾਂ ਜਿਉਂਦੇ ਡੱਡੂ ਕਿੱਲੇ ਕੁੱਲੇ ਜੇ ਤੁਰੇ ਫਿਰਦੇ ਨੇ, ਮੱਛੀਆਂ ਤੁਰੇ ਫਿਰਦੀਆਂ। ਮੱਛੀਆਂ ਤਾਂ ਚਲੋ ਫਿਰ ਵੀ ਸਾਰੀ ਦੁਨੀਆ 'ਚ ਖਾਂਦੀ ਹੈ, ਬਾਕੀ ਜੋ ਕੇਕੜੇ ਕੁਕੜੇ ਖਾਂਦੇ ਨੇ, ਪਤਾ ਨਹੀਂ ਉਹਦਾ ਫਾਇਦਾ ਜਾਂ ਨੁਕਸਾਨ। ਪਰ ਹੁਣ ਉੱਥੇ ਇੱਕ ਜਿਹੜੇ ਇੱਕ ਹੋਰ ਵਾਇਰਸ ਫੈਲਣ ਦੀਆਂ ਖਬਰਾਂ ਆ ਰਹੀਆਂ ਨੇ। ਹੁਣ ਆਪਾਂ ਆંકੜਿਆਂ ਵੱਲ ਵਧੀਏ, ਦੁਨੀਆ ਦੇ ਆંકੜੇ ਦੇਖੀਏ।
ਦੁਨੀਆ ਦੇ ਵਿੱਚ 1,17,39,169 ਲੋਕ ਜਿਹੜੇ ਨੇ ਉਹ ਟੋਟਲ ਇਨਫੈਕਟਡ ਨੇ ਕਰੋਨਾ ਤੋਂ, ਤੇ ਜਿਹੜੀਆਂ ਮੌਤਾਂ ਹੋਈਆਂ ਨੇ ਦੁਨੀਆ 'ਚ 5,40,660 ਸਵੇਰੇ 8 ਵਜੇ ਤੱਕ ਦੇ ਆંકੜੇ ਦੇ ਰਹੇ ਮੈਂ ਤੁਹਾਨੂੰ, ਤੇ ਠੀਕ ਹੋਏ ਨੇ ਜਿਹੜੇ 66,41,866 ਠੀਕ ਵੀ ਹੋਏ ਨੇ, ਤੇ ਐਕਟਿਵ ਕੇਸ ਜਿਹੜੇ ਦੁਨੀਆ 'ਚ ਐਕਟਿਵ ਕੇਸ ਨੇ ਉਹ ਹੈ 44,98,000, ਤੇ ਜਿਹੜੇ ਗੰਭੀਰ ਨੇ ਉਹ 57,978। ਦੇਖੋ ਗੱਲ ਇਹ ਹੈ ਕਿ ਅਸੀਂ ਤੀਜੇ ਨੰਬਰ ਤੇ ਪਹੁੰਚੇ ਫਿਰਦੇ ਹਾਂ। ਅਮਰੀਕਾ 'ਚ 1,32,000 ਲੋਕ ਮਰ ਚੁੱਕੇ ਨੇ, ਬ੍ਰਾਜ਼ੀਲ 'ਚ 65,000 ਤੋਂ ਵੱਧ, ਤੇ ਹੁਣ 20,174 ਤਾਂ ਸਾਡੇ ਵੀ ਤੁਰ ਗਏ। ਅਸੀਂ ਤਾਂ ਮੌਤਾਂ ਦੀ ਗਿਣਤੀ 'ਚ ਹੁਣ ਤੱਕ ਤਾਂ ਸੀ ਨਾ ਇੰਡੀਆ ਜਿਹੜਾ ਟੋਟਲ ਮਾਮਲੇ ਕਿੰਨੇ ਨੇ ਉਹਨਾਂ 'ਚ ਤੀਜੇ ਨੰਬਰ ਤੇ, ਹੁਣ ਤਾਂ 8ਵੇਂ ਤੋਂ 7ਵੇਂ ਵੱਲ ਨੂੰ ਵੱਧ ਰਿਹਾ ਮੌਤਾਂ ਦੀ ਗਿਣਤੀ ਦੇ ਵਿੱਚ ਵੀ। ਇਹ ਨਾ ਹੋਵੇ ਮੌਤਾਂ ਵੀ ਜਿਹੜੀਆਂ ਐਵਰੇਜ 450-500 ਐਵਰੇਜ ਮਰ ਰਹੇ ਨੇ ਇੰਡੀਆ 'ਚ ਡੇਲੀ ਬੰਦੇ ਕਰੋਨਾ ਤੋਂ। ਜੇ ਇੰਡੀਆ ਦਾ ਵੈਸੇ ਆਪਾਂ ਅੰਕੜਾ ਦੇਖ ਲਈਏ, ਹੁਣ ਇੰਡੀਆ ਦੇ ਵਿੱਚ 7,20,346 ਕੇਸ ਨੇ ਸਵੇਰ ਤੱਕ, 7 ਲੱਖ ਤੋਂ ਉੱਤੇ ਪਹੁੰਚ ਗਿਆ। ਐਕਟਿਵ ਕੇਸ 2,59,926 ਨੇ, ਤੇ ਜਿਹੜੇ ਠੀਕ ਹੋਏ ਨੇ 4,40,150 ਠੀਕ ਹੋਏ ਨੇ, ਇਹ ਆંકੜਾ। ਤੇ ਜੇ ਮੌਤਾਂ ਮੈਂ ਤੁਹਾਨੂੰ ਦੱਸ ਚੁੱਕਿਆ 20,174 ਮੌਤਾਂ ਨੇ ਭਾਰਤ ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਜਿਹੜਾ ਮਹਾਰਾਸ਼ਟਰ ਅਫੈਕਟਡ ਹੈ, 2,01,987 ਕੇਸ ਨੇ ਉੱਥੇ, 9,026 ਮੌਤਾਂ ਹੋ ਚੁੱਕੀਆਂ ਨੇ। ਨੰਬਰ 2 ਤੇ ਤਾਮਿਲਨਾਡੂ ਹੈ, 1,14,998 ਕੇਸ ਨੇ ਔਰ 1,570 ਮੌਤਾਂ ਨੇ। ਦਿੱਲੀ ਜਿਹੜਾ ਰਾਜਧਾਨੀ ਹੈ 1,08,23 ਉੱਥੇ ਕੇਸ ਨੇ, 3,115 ਮੌਤਾਂ ਨੇ। ਹਰਿਆਣਾ ਸਾਡਾ ਗਵਾਂਢੀ ਜਿਹੜਾ 17,000 ਤੇ ਪਹੁੰਚ ਚੁੱਕਿਆ, 17,284, 617 ਮੌਤਾਂ। ਬਿਹਾਰ ਦੀ ਗੱਲ ਨਹੀਂ ਸਮਝ ਆਉਂਦੀ ਕਿਵੇਂ ਬਚਾ ਕੇ ਰੱਖਿਆ, ਹਾਲਾਂਕਿ ਉੱਥੇ ਲੋਕਾਂ ਨੂੰ ਕੋਈ ਜ਼ਿਆਦਾ ਅਵੇਅਰਨੈਸ ਨਹੀਂ ਹੈ, ਲੇਕਿਨ ਬਿਹਾਰ 'ਚ 12,140 ਕੇਸ ਨੇ, 97 ਮੌਤਾਂ ਨੇ। ਇੱਥੋਂ ਇਹ ਲੱਗਦਾ ਹੈ ਕਿ ਇਹ ਜਿਹੜੇ ਮਜ਼ਦੂਰ ਨੇ, ਜਿਨ੍ਹਾਂ ਦੀ ਇਮਿਊਨਿਟੀ ਜ਼ਿਆਦਾ ਹੈ, ਜਿਹੜੇ ਲਗਾਤਾਰ ਮਿਹਨਤ ਕਰਦੇ ਨੇ, ਉਹਨਾਂ ਨੂੰ ਕਰੋਨਾ ਕੁਛ ਨਹੀਂ ਕਹਿੰਦਾ। ਇਹ ਅਮੀਰਾਂ ਦਾ, ਤਾਂ ਹੀ ਇਹ ਜਹਾਜ਼ਾਂ ਰਾਹੀਂ ਆਇਆ ਹੈ, ਇਹ ਹੈ ਇਨਫੈਕਸ਼ਨ। ਤੇ ਕੇਰਲਾ ਜਿਹਦੇ ਸਭ ਤੋਂ ਪਹਿਲਾਂ ਆਇਆ ਸੀ, ਉਹਨੇ ਆਪਾਂ ਨੂੰ ਬਚਾ ਕੇ ਰੱਖਿਆ। 5,623 ਕੇਸ ਨੇ, ਸਿਰਫ ਹਾਲ ਤੱਕ 28 ਮੌਤਾਂ ਹੋਈਆਂ ਨੇ। ਪੰਜਾਬ ਨਾਲੋਂ ਵੀ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਇੰਡੀਆ 'ਚ ਸਭ ਤੋਂ ਵਧੀਆ ਕੰਟਰੋਲ ਕੇਰਲਾ ਨੇ ਕੀਤਾ। ਹੁਣ ਪੰਜਾਬ ਦੀ ਗੱਲ ਵੀ ਕਰ ਲਈਏ ਆਪਾਂ। ਪੰਜਾਬ ਦੇ ਵਿੱਚ ਜੀ ਅੱਜ ਸਵੇਰੇ 8 ਵਜੇ ਤੱਕ 208 ਕੇਸ ਹੋਰ ਆ ਗਏ ਸੀ, 6,491 ਕੇਸ ਹੋ ਗਏ ਨੇ ਪੰਜਾਬ ਦੇ ਵਿੱਚ, ਤੇ ਐਕਟਿਵ ਕੇਸ ਹੈਗੇ ਨੇ 1,828। ਠੀਕ ਹੋਏ ਨੇ ਪੰਜਾਬ 'ਚ 4,494, ਤੇ ਕੱਲ ਵੀ 86 ਬੰਦੇ ਆਪਦੇ ਘਰਾਂ ਨੂੰ ਗਏ ਨੇ। 169 ਮੌਤਾਂ ਹੋ ਚੁੱਕੀਆਂ ਨੇ ਪੰਜਾਬ ਦੇ ਵਿੱਚ, ਕੱਲ 5 ਮੌਤਾਂ ਹੋਈਆਂ ਨੇ। ਤੇ ਜੇ ਅਸੀਂ ਵੱਡੇ ਸ਼ਹਿਰ ਦੇਖੀਏ ਜਿਹੜੇ ਇਨਫੈਕਟਡ ਨੇ, ਉਹਨਾਂ 'ਚ ਲੁਧਿਆਣਾ ਹੁਣ ਨੰਬਰ 1 ਤੇ ਹੈ। ਲੁਧਿਆਣਾ ਦੇ ਵਿੱਚ 1,104 ਕੇਸ ਨੇ, 25 ਕੇਸ ਕੱਲ ਆਏ ਨੇ, ਟੋਟਲ 3 ਮੌਤਾਂ ਕੱਲ ਹੋਈਆਂ ਨੇ, 27 ਜਿਹੜੇ ਹੈ ਮੌਤਾਂ ਹੋ ਚੁੱਕੀਆਂ ਨੇ ਲੁਧਿਆਣਾ ਦੇ ਵਿੱਚ। ਅੰਮ੍ਰਿਤਸਰ ਨੰਬਰ 2 ਤੇ ਹੈ, 928 ਕੇਸ ਨੇ, 48 ਮੌਤਾਂ ਨੇ। ਕੱਲ 11 ਕੇਸ ਨਵੇਂ ਆਏ ਨੇ। ਤੇ ਜਲੰਧਰ ਦੇ ਵਿੱਚ 925 ਕੇਸ, ਕੱਲ ਬੜੇ ਕੇਸ ਆਏ ਨੇ ਜਲੰਧਰ ਦੇ ਵਿੱਚ, 84 ਕੇਸ ਆਏ ਨੇ, 21 ਮੌਤਾਂ ਜਲੰਧਰ 'ਚ ਵੀ ਹੋ ਚੁੱਕੀਆਂ ਨੇ। ਸੰਗਰੂਰ ਜਿਹੜਾ ਹੈ ਉਹ 544 ਕੇਸ ਨੇ ਉੱਥੇ, ਔਰ 9 ਕੱਲ ਆਏ ਨੇ, 15 ਮੌਤਾਂ। ਕੱਲ ਇੱਕ ਮੌਤ ਸੰਗਰੂਰ 'ਚ ਵੀ ਹੋਈ ਹੈ। ਹੁਣ ਪਟਿਆਲਾ ਲਈਏ, ਪਟਿਆਲਾ 'ਚ 398 ਟੋਟਲ ਕੇਸ ਨੇ, 19 ਉੱਥੇ ਕੇਸ ਨਵੇਂ ਆਏ ਨੇ, 10 ਮੌਤਾਂ ਜਿਹੜੀਆਂ ਪਟਿਆਲਾ ਦੇ ਵਿੱਚ ਹੋਈਆਂ ਨੇ। ਇਹ ਹੈ ਸਾਡਾ ਪੰਜਾਬ ਦਾ ਅੰਕੜਾ। ਲੇਕਿਨ ਸਮਝਣ ਵਾਲੀ ਗੱਲ ਜਿਹੜੀ ਆਪਾਂ ਦੇਖਣੀ ਹੈ ਕਿ
लॉकडाउन खुल गया, हालांकि पंजाब तो बहुत सख्ती बरत रहा है, पर सख्ती जी है वो सिर्फ कागजां च है। ਵੀਕਐਂਡ ਲਾਕਡਾਊਨ ਤੇ ਮੈਂ ਦੇਖਿਆ ਜਾ ਕੇ, ਮੈਂ ਕਿਹਾ ਦੇਖੀ ਤਾਂ ਸਹੀ, ਬਿਲਕੁਲ ਉਵੇਂ ਹੀ ਜਿਵੇਂ ਆਮ ਨਾਰਮਲ ਲੋਕ ਪਾਰਟੀਆਂ ਕਰ ਰਹੇ ਨੇ, ਮਿਲ ਰਹੇ ਨੇ, ਖੇਡ ਰਹੇ ਨੇ, ਕੋਈ ਸੋਸ਼ਲ ਡਿਸਟੈਂਸ ਨਹੀਂ। ਤੇ ਫਿਰ ਉੱਥੇ ਮੈਂ ਕਹਿਣਾ ਕਿ ਸਾਨੂੰ ਤਾਂ ਵਾਹਿਗੁਰੂ ਬਚਾਵੇ, ਭਾਵੇਂ ਜਿੰਨੀ ਕੁ ਅਸੀਂ ਮਰਜ਼ੀ ਇਹ ਇhtiyਾਤ ਵਰਤ ਰਹੇ ਆ। ਐਨੀਵੇ ਖਬਰਾਂ ਦਾ ਸਿਲਸਿਲਾ ਬੰਦ ਕਰਨਾ ਪੈਣਾ ਕਿਉਂਕਿ ਟਾਈਮ ਹੋ ਗਿਆ। ਇਹ ਮੈਂ ਤੁਹਾਨੂੰ ਯਾਦ ਕਰਾ ਦਾਂ ਕਿ ਕੱਲ ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਸਵੇਰੇ 8:40 ਫਿਰ ਮਿਲਾਂਗੇ। ਅੱਜ ਸ਼ਾਮ ਨੂੰ ਚਰਚਾ ਪ੍ਰੋਗਰਾਮ ਕਰਾਂਗੇ ਆਪਾਂ 5:30 ਵਜੇ। ਬਸ ਤੁਹਾਡਾ ਬਹੁਤ ਬਹੁਤ ਧੰਨਵਾਦ।